इंडिया न्यूज़ पंजाब देख रहे हो तुसीं ते मैं बलदीप सिंह लैके हाज़र हाँ। पंजाब डिबेट गलबात करांगे। चंडीगढ़ दे विच जिहड़ियां अज नगर निगम चोणां दे नतीजे आए ने और नतीजियां दे विच आम आदमी पार्टी ने जिहड़ियां ने ओह काफ़ी सीटां हासिल कीतियां ने। कुल 35 सीटां दे उपर मुकाबला सी चंडीगढ़ दियां नगर निगम चोणां दे विच और जो 14 सीटां दे उपर जिहड़ी आम आदमी पार्टी ने जित हासिल कर लई है। जदों कि ਜਿਹੜਾ ਕਿ ਭਾਜਪਾ जो कि पिछले वार ਜਿਹੜਾ ਉਹਨਾਂ ਕੋਲ ਬਹੁਮਤ ਰਿਹਾ ਸੀ और 20 सीटां हासिल कीतियां सी, 26 ਚੋਂ 20 सीटां हासिल कीतियां सी, क्योंकि पिछली वार ਜਦੋਂ ਚੋਣਾਂ ਹੋਈਆਂ ਸੀ ਤਾਂ ਉਸ ਵੇਲੇ ਨਗਰ ਨਿਗਮ ਦੀਆਂ 26 ਸੀਟਾਂ ਹੁੰਦੀਆਂ ਸੀ। ਇਸ ਵਾਰ ਵਧਾ ਕੇ ਉਸ ਨੂੰ 35 ਕੀਤਾ ਗਿਆ। ਤਾਂ ਪਿਛਲੀ ਵਾਰ 26 ਸੀਟਾਂ ਦੇ ਵਿੱਚੋਂ ਭਾਜਪਾ ਨੇ 20 ਸੀਟਾਂ ਹਾਸਿਲ ਕੀਤੀਆਂ ਸੀ, ਮਤਲਬ ਕਿ ਇੱਕ ਵੱਡਾ ਹਿੱਸਾ ਜਿਹੜਾ ਭਾਜਪਾ ਨੇ ਹਾਸਿਲ ਕੀਤਾ ਸੀ। ਪਰ ਇਸ ਵਾਰ ਸੀਟਾਂ ਦੀ ਗਿਣਤੀ ਵਧੀ, ਪਰ ਭਾਜਪਾ ਦੇ ਜਿੱਤ ਵਾਲੀਆਂ ਸੀਟਾਂ ਦੀ ਗਿਣਤੀ ਜਿਹੜੀ ਆ ਘਟ ਗਈ ਹੈ। ਜੀ ਹਾਂ, 20 ਤੋਂ ਘਟ ਕੇ ਭਾਜਪਾ 12 ਤੇ ਸਿਮਟ ਕੇ ਰਹਿ ਗਈ ਹੈ। ਇਸ ਦੇ ਨਾਲ ਹੀ ਜਿਹੜਾ ਕਿ ਕਾਂਗਰਸ ਹੈ ਉਹ ਵੀ 8 ਸੀਟਾਂ ਨਾਲ ਉਸ ਨੂੰ ਸੰਤੁਸ਼ਟੀ ਕਰਨੀ ਪਈ ਹੈ। ਨਾਲ ਹੀ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਗੱਠਜੋੜ ਨੂੰ ਸਿਰਫ ਇੱਕ ਸੀਟ ਨਾਲ ਉਹਨਾਂ ਨੇ ਆਪਣਾ ਖਾਤਾ ਖੋਲ੍ਹਿਆ ਇਸ ਚੋਣਾਂ ਦੇ ਵਿੱਚ। ਸੋ ਸਾਫ਼ ਤੌਰ ਤੇ ਪਹਿਲੀ ਵਾਰ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਚੰਡੀਗੜ੍ਹ ਦੀਆਂ ਨਗਰ ਨਿਗਮ ਚੋਣਾਂ ਦੇ ਵਿੱਚ ਉਸਨੇ ਆਪਣੀ ਕਿਸਮਤ ਅਜ਼ਮਾਈ ਹੈ ਔਰ 14 ਸੀਟਾਂ ਤੇ ਜਿੱਤ ਹਾਸਲ ਕਰਨ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਆ ਉਹ ਕਾਮਯਾਬ ਰਹੀ ਹੈ। ਪਰ ਹੁਣ ਵੱਡੇ ਸਵਾਲ ਕਈ ਨੇ ਕਿ ਕੀ ਜਿਹੜੀ ਇਹ 14 ਸੀਟਾਂ ਦੇ ਉੱਪਰ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੈ, ਕੀ ਵਾਕਈ ਇਹ ਦਿੱਲੀ ਮਾਡਲ ਦਾ ਅਸਰ ਹੈ ਜਾਂ ਫਿਰ ਭਾਜਪਾ ਦੇ ਖਿਲਾਫ ਚੰਡੀਗੜ੍ਹ ਦੇ ਵਿੱਚ ਜਿਹੜੀ ਐਂਟੀ ਇਨਕੰਪੈਂਸੀ ਦਾ ਮਾਹੌਲ ਹੈ ਉਸ ਦਾ ਅਸਰ ਹੈ, ਔਰ ਕੀ ਇਹ ਚੋਣਾਂ ਦਾ ਅਸਰ ਪੰਜਾਬ ਦੀਆਂ ਆਗਾਮੀ ਵਿਧਾਨ ਸਭਾ 2022 ਦੀਆਂ ਚੋਣਾਂ ਦੇ ਵਿੱਚ ਦਿਸੇਗਾ। ਕਿਉਂਕਿ ਆਮ ਆਦਮੀ ਪਾਰਟੀ ਦੇ ਜਿਹੜੇ ਵੀ ਲੀਡਰ ਨਾਲ ਅੱਜ ਗੱਲ ਕੀਤੀ ਜਾਵੇ, ਚਾਹੇ ਉਹ ਖੁਦ ਆਮ ਆਦਮੀ ਪਾਰਟੀ ਦੇ ਸੁਪਰੀਮੋ ਹੋਣ ਅਰਵਿੰਦ ਕੇਜਰੀਵਾਲ, ਉਹ ਵੀ ਟਵੀਟ ਕਰਕੇ ਇਹੀ ਗੱਲ ਕਹਿ ਰਹੇ ਨੇ ਕਿ ਜੋ ਚੰਡੀਗੜ੍ਹ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਜਿੱਤ ਹੈਗੀ ਆ ਉਹ ਕਿਤੇ ਨਾ ਕਿਤੇ ਆਗਾਮੀ ਵਿਧਾਨ ਸਭਾ ਚੋਣਾਂ ਪੰਜਾਬ ਦੀਆਂ ਉਸ ਵੱਲ ਵੱਡੇ ਸੰਕੇਤ ਦੇ ਰਹੀ ਹੈ, ਵੱਡੇ ਬਦਲਾਅ ਦੇ ਸੰਕੇਤ ਦੇ ਰਹੀ ਹੈ। ਸੋ ਉਸ ਦੇ ਸਾਰੀ ਗੱਲ ਦੇ ਉੱਪਰ ਚਰਚਾ ਕਰਾਂਗੇ, ਪਰ ਪਹਿਲਾਂ ਤੁਹਾਨੂੰ ਸੁਣਾ ਦਿੰਦੇ ਆ ਕਿ ਜਿੱਤ ਤੋਂ ਬਾਅਦ ਅੱਜ ਆਮ ਆਦਮੀ ਪਾਰਟੀ ਦੇ ਆਗੂਆਂ ਨੇ, ਰਾਘਵ ਚੱਡਾ, ਭਗਵੰਤ ਮਾਨ, ਉਹਨਾਂ ਨੇ ਕੀ ਕੁਝ ਕਿਹਾ। ਲਿਆਉਣ ਵਾਲੇ ਕ੍ਰਾਂਤੀਕਾਰੀ ਐਜੂਕੇਸ਼ਨ ਮਿਨਿਸਟਰ ਦੇ ਤੌਰ ਤੇ ਜਾਣੇ ਜਾਂਦੇ ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਜੀ ਅੱਜ ਚੰਡੀਗੜ੍ਹ ਦੇ ਵਿੱਚ ਜੋ ਫਤਵਾ ਮਿਲਿਆ, ਪਾਰਟੀ ਜਿਹੜੀ ਹੈ ਉਹਦੇ ਉਸ ਫਤਵੇ ਨਾਲ ਬਹੁਤ ਹੌਸਲੇ ਦੇ ਵਿੱਚ ਹੈ। ਅਸੀਂ ਪਹਿਲਾਂ ਵੀ ਕਹਿੰਦੇ ਆ ਰਹੇ ਸੀਗੇ ਕਿ ਜਿੱਥੇ ਗੰਦਗੀ ਹੋਵੇ ਉੱਥੇ ਜੇ ਝਾੜੂ ਚੱਲ ਜੇ ਤਾਂ ਕਮਲ ਨਹੀਂ ਉਗਦਾ ਫਿਰ, ਕਿਉਂਕਿ ਕਮਲ ਚਿੱਕੜ ਦੇ ਵਿੱਚ ਉਗਦਾ, ਪਰ ਜੇ ਝਾੜੂ ਨਾਲ ਚਿੱਕੜ ਸਾਫ਼ ਕਰ ਦਿੱਤਾ ਜਾਵੇ ਕਮਲ ਉਗਦਾ ਨਹੀਂ ਫਿਰ। ਦਿੱਲੀ ਦੇ ਵਿੱਚ ਵੀ ਇਦਾਂ ਹੋਇਆ, ਚੰਡੀਗੜ੍ਹ ਦੇ ਵਿੱਚ ਅੱਜ ਭਾਰੀ ਫਤਵਾ ਸਾਨੂੰ ਮਿਲਿਆ, ਜਦ ਕਿ ਬੀਜੇਪੀ ਡੋਮੀਨੇਟਿੰਗ ਚੰਡੀਗੜ੍ਹ ਹੈ, ਕਿਉਂਕਿ ਐਮਪੀ ਇੱਥੋਂ ਬੀਜੇਪੀ ਦੇ ਹੈ, ਰਾਜਪਾਲ ਜਿਹੜੇ ਨੇ ਉਹ ਪ੍ਰਸ਼ਾਸਕ ਨੇ, ਬੀਜੇਪੀ ਦੇ ਰਾਜਪਾਲ ਨੇ, ਉਹ ਚੰਡੀਗੜ੍ਹ ਦੇ ਪ੍ਰਸ਼ਾਸਕ ਨੇ, ਔਰ ਮੇਅਰ ਵੀ ਬੀਜੇਪੀ ਦੇ ਸੀ, ਔਰ ਕੇਂਦਰ ਦੇ ਵਿੱਚ ਬੀਜੇਪੀ ਸਰਕਾਰ ਹੈ। ਉਸ ਦੇ ਬਾਵਜੂਦ ਵੱਡੇ ਵੱਡੇ ਦਿੱਗਜਾਂ ਨੂੰ ਲੋਕਾਂ ਨੇ ਹਰਾਇਆ। ਸਾਡੇ ਇੱਕ ਆਮ ਜੇ ਘਰ ਦੇ ਮੁੰਡੇ ਨੇ ਸਿਟਿੰਗ ਮੇਅਰ ਨੂੰ ਹਰਾਇਆ, ਡਿਪਟੀ ਮੇਅਰ ਹਾਰਿਆ, ਪ੍ਰਧਾਨ ਹਾਰੇ ਇਹਨਾਂ ਦੇ। ਹਾਲਾਂਕਿ ਅਸੀਂ ਸਿਰਫ ਇੱਕ ਰੈਲੀ, ਇੱਕ ਜਨ ਸਭਾ ਅਰਵਿੰਦ ਕੇਜਰੀਵਾਲ ਜੀ ਦੀ ਹੋਈ ਸੀ, ਮੈਂ ਵੀ ਉਹਦੇ ਵਿੱਚ ਸੀ। ਬੀਜੇਪੀ ਦੇ 4 ਮੰਤਰੀ ਹਰ ਰੋਜ਼ ਇੱਥੇ ਆਉਂਦੇ ਸੀ, ਕਦੇ ਅਨੁਰਾਗ ਠਾਕੁਰ ਆ ਗਿਆ, ਕਦੇ ਨਿਤਿਆਨੰਦ ਜੀ ਆ ਗਏ, ਕਦੇ ਕੋਈ ਮੰਤਰੀ ਆ ਗਿਆ। ਬੀਜੇਪੀ ਦੇ ਕਾਫੀ ਮੰਤਰੀ ਇੱਥੇ ਆਏ, ਗਲੀਆਂ 'ਚ ਫਿਰਦੇ ਸੀ, ਬਿਲਕੁਲ ਉਸੇ ਤਰ੍ਹਾਂ ਜਿਵੇਂ ਦਿੱਲੀ 'ਚ ਫਿਰਦੇ ਸੀ। ਤੇ ਦਿੱਲੀ ਦੇ ਵਿੱਚ ਵੀ ਉਹੀ ਹਾਲ ਹੋਇਆ। ਨਫ਼ਰਤ ਦੀ ਰਾਜਨੀਤੀ ਨੂੰ ਲੋਕ ਪਸੰਦ ਨਹੀਂ ਕਰਦੇ, ਲੋਕ ਡਿਵੈਲਪਮੈਂਟ ਦੀ ਰਾਜਨੀਤੀ ਨੂੰ ਪਸੰਦ ਕਰਦੇ ਨੇ। ਚੰਡੀਗੜ੍ਹੀਆਂ ਨੇ, ਸੂਝਵਾਨ ਲੋਕਾਂ ਨੇ ਇਹ ਦਿਖਾਤਾ। ਮੈਂ ਚੰਡੀਗੜ੍ਹ ਦੇ ਇਕੱਲੇ ਵੋਟਰ ਦਾ ਜਿਹੜਾ ਜਦੋਂ ਘਰੋਂ ਚੱਲਿਆ ਬੂਥ ਤੇ ਪਹੁੰਚਿਆ ਵੋਟ ਪਾਉਣ, ਉਹ ਕੱਲਾ ਕਦਮ ਸਾਡੇ ਸਿਰ ਮੱਥੇ। आज चंडीगढ़ इलेक्शंस के जो नतीजे आए हैं वो ये साफ तौर पे ये दिखाते हैं कि चंडीगढ़ के लोगों ने
अरविंद केजरीवाल मॉडल ऑफ गवर्नेंस पे मोहर लगाते हुए एक मौका केजरीवाल नू देने का मन बनाया है। यह जीत केजरीवाल मॉडल ऑफ गवर्नेंस की जीत है और चंडीगढ़ की सियासत जिसमें पिछले 25 सालों से कभी बीजेपी कभी बीजेपी होता था, इन तमाम रिवायती पार्टियों से परेशान होकर चंडीगढ़ के लोगों ने एक मौका केजरीवाल साहब को देने का मन बनाया और 13 साल बीजेपी की सरकार, 12 साल कांग्रेस की सरकार, यानी कि 25 सालों से इन रिवायती पार्टियों का जो राज चंडीगढ़ की सियासत पे था, उससे परेशान होकर इन दोनों बड़ी पार्टियों को इलेक्शन हराया और अरविंद केजरीवाल जी की आम आदमी पार्टी को इलेक्शन जिताया। जो रुझान आ रहे हैं वो ये साफ कर देते हैं कि चंडीगढ़ के लोगों के दिलों में बस एक ही आवाज है, उनके जहन में एक ही आवाज है और वो है एक मौका केजरीवाल नो, एक मौका केजरीवाल को। साफ तौर पे चंडीगढ़ के लोगों ने एक नई पार्टी, एक ईमानदार पार्टी, एक नेक सोच और साफ नीयत की पार्टी को मौका देते हुए पहली बार चंडीगढ़ म्युनिसिपल इलेक्शन लड़ रही आम आदमी पार्टी को इतना प्यार और इतना सम्मान दिया। मैं आम आदमी पार्टी की ओर से, अरविंद केजरीवाल जी की ओर से चंडीगढ़ के लोगों का बहुत बहुत शुक्रिया अदा करता हूं, बहुत बहुत धन्यवाद करता हूं। ਸੋ ਆਮ ਆਦਮੀ ਪਾਰਟੀ ਜਿੱਥੇ ਚੰਡੀਗੜ੍ਹ ਦੇ ਲੋਕਾਂ ਦਾ ਇਸ ਜੋ ਫਤਵਾ ਦਿੱਤਾ ਚੰਡੀਗੜ੍ਹ ਦੇ ਲੋਕਾਂ ਨੇ ਉਹਦੇ ਉੱਪਰ ਧੰਨਵਾਦ ਕਰ ਰਹੀ ਹੈ, ਤਾਂ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹਰਜੀਤ ਭੁੱਲਰ ਨੇ ਭਾਜਪਾ ਦੀ ਹਾਰ ਦੇ ਉੱਪਰ ਕੀ ਕੁਝ ਕਿਹਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ। ਅੱਜ ਜੋ ਚੰਡੀਗੜ੍ਹ ਦੇ ਵਿੱਚ ਮਿਊਨਿਸਪਲ ਕਾਰਪੋਰੇਸ਼ਨ ਦੀ ਇਲੈਕਸ਼ਨ ਦੇ ਨਤੀਜੇ ਆਏ ਨੇ, ਉਹ ਹੈਰਾਨੀਜਨਕ ਨਹੀਂ ਹੈਗੇ, ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਕਾਰਗੁਜ਼ਾਰੀ ਚਾਹੇ ਦੇਸ਼ ਤੱਕ ਹੋਵੇ ਚਾਹੇ ਚੰਡੀਗੜ੍ਹ ਪ੍ਰਦੇਸ਼ 'ਚ ਹੋਵੇ, ਉਹ ਕਿਸੇ ਪਾਸਿਓਂ ਵੀ ਲੋਕਾਂ ਦੇ ਹੱਕ 'ਚ ਨਹੀਂ ਹੈਗੀ। ਔਰ ਲੋਕਾਂ ਨੇ ਜਿਸ ਤਰੀਕੇ ਨਾਲ ਆਪਣੇ ਵੋਟ ਦੇ ਅਧਿਕਾਰ ਨੂੰ ਇਸਤੇਮਾਲ ਕਰਦਿਆਂ ਹੋਇਆਂ ਅੱਜ ਭਾਰਤੀ ਜਨਤਾ ਪਾਰਟੀ ਨੂੰ ਇੱਕ ਆਇਨਾ ਦਿਖਾਇਆ ਹੈ, ਇੱਕ ਸ਼ੀਸ਼ਾ ਦਿਖਾਇਆ ਹੈ, ਉਹ ਸ਼ਲਾਘਾਯੋਗ ਹੈ। ਮੈਂ ਹਰ ਉਸ ਵੋਟਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਮੌਕਾ ਦਿੱਤਾ ਹੈ ਅਤੇ ਆਪਣੀਆਂ ਕੀਮਤੀ ਵੋਟਾਂ ਪਾਈਆਂ ਨੇ ਔਰ ਚੰਡੀਗੜ੍ਹ ਦੇ ਵਿੱਚ ਆਪਣਾ ਨਿਸ਼ਾਨ ਚਲਾਉਣ ਦਾ, ਤੱਕੜੀ ਦਾ ਨਿਸ਼ਾਨ ਜਿਹੜਾ ਸੀ ਉਹਨੂੰ ਮੌਕਾ ਦਿੱਤਾ ਹੈ। ਸੋ ਆਮ ਆਦਮੀ ਪਾਰਟੀ ਨੂੰ 14 ਸੀਟਾਂ ਇਹਨਾਂ ਨਗਰ ਨਿਗਮ ਚੋਣਾਂ ਦੇ ਵਿੱਚ ਹਾਸਲ ਹੋਈਆਂ ਨੇ। ਤੁਹਾਨੂੰ ਦੱਸ ਦਈਏ ਕਿ ਇਹਨਾਂ ਚੋਣਾਂ ਦੇ ਵਿੱਚ ਬਹੁਮਤ ਕਿਸੇ ਵੀ ਪਾਰਟੀ ਨੂੰ ਹਾਸਲ ਨਹੀਂ ਹੋਇਆ। ਬੇਸ਼ੱਕ 14 ਸੀਟਾਂ, ਸਭ ਤੋਂ ਵੱਧ ਸੀਟਾਂ ਅਗਰ ਕਿਸੇ ਪਾਰਟੀ ਨੇ ਲਈਆਂ ਨੇ ਤਾਂ ਉਹ ਆਮ ਆਦਮੀ ਪਾਰਟੀ ਹੀ ਹੈ, ਪਰ ਫਿਰ ਵੀ ਬਹੁਮਤ ਦੇ ਅੰਕੜੇ ਤੋਂ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਦੂਰ ਰਹੀ ਹੈ। ਦਰਅਸਲ ਜਿਹੜਾ ਬਹੁਮਤ ਦਾ ਅੰਕੜਾ ਹੈਗਾ ਉਹ 19 ਦਾ ਹੈ, ਕਿਉਂਕਿ 35 ਸੀਟਾਂ ਨੇ ਔਰ ਇੱਕ ਜਿਹੜੀ ਆ ਉਹ ਸੰਸਦ ਮੈਂਬਰ ਦੀ ਸੀਟ ਹੈ। ਸੋ 35 + 1 36 ਔਰ 19 ਦਾ ਜਿਹੜਾ ਬਹੁਮਤ ਬਣਦਾ, 19 ਸੀਟਾਂ ਦਾ ਬਹੁਮਤ ਬਣਦਾ ਹੈ। ਔਰ ਬਹੁਮਤ ਦਾ ਅੰਕੜਾ ਜਿਹੜਾ ਉਹ ਕਿਸੇ ਵੀ ਪਾਰਟੀ ਜਿਹੜੀ ਆ ਉਹ ਸਰ ਨਹੀਂ ਕਰ ਪਾਈ ਬਹੁਮਤ ਦੇ ਅੰਕੜੇ ਨੂੰ, ਪਰ 14 ਸੀਟਾਂ ਆਮ ਆਦਮੀ ਪਾਰਟੀ ਨੇ ਜ਼ਰੂਰ ਹਾਸਲ ਕਰ ਲਈਆਂ। ਜੋ ਭਾਜਪਾ ਵੀ ਹੈ ਉਹ ਵੀ ਆਮ ਆਦਮੀ ਪਾਰਟੀ ਤੋਂ ਹਾਲਾਂਕਿ ਕੁਝ ਜ਼ਿਆਦਾ ਪਿੱਛੇ ਨਹੀਂ ਹੈ, 2 ਸੀਟਾਂ ਘੱਟ ਨੇ, ਪਰ ਜੇ ਉਹਨਾਂ ਦਾ ਰਿਕਾਰਡ ਪਿਛਲੇ ਚੋਣਾਂ ਦਾ ਦੇਖੀਏ ਤਾਂ 20 ਸੀਟਾਂ ਪਿਛਲੀਆਂ ਚੋਣਾਂ ਦੇ ਵਿੱਚ ਜੋ ਹੈ ਭਾਜਪਾ ਨੂੰ ਆਈਆਂ ਸੀ, ਉਸ ਦੇ ਮੁਕਾਬਲੇ ਅਗਰ ਕੰਪੈਰੀਜ਼ਨ ਕਰੀਏ ਤਾਂ ਇਸ ਵਾਰ ਭਾਜਪਾ ਜਿਹੜੀ ਆ ਉਹ ਕਾਫੀ ਪਿੱਛੇ ਚਲੇ ਗਈ ਹੈ। ਇਸ ਦੇ ਨਾਲ ਹੀ ਕਾਂਗਰਸ 8 ਸੀਟਾਂ ਦੇ ਉੱਪਰ ਸਿਮਟੀ ਹੈ। ਤਾਂ ਸਾਫ਼ ਤੌਰ ਤੇ ਕਾਂਗਰਸ ਨੂੰ ਤਾਂ ਮੰਥਨ ਕਰਨ ਦੀ ਲੋੜ ਹੈ ਕਿ ਆਖਿਰਕਾਰ ਕਾਂਗਰਸ ਹਰ ਫਰੰਟ ਦੇ ਉੱਪਰ ਪਿੱਛੇ ਕਿਉਂ ਰਹਿੰਦੀ ਜਾ ਰਹੀ ਹੈ। ਕਾਂਗਰਸ ਨੂੰ ਇਸ ਚੀਜ਼ ਦੇ ਉੱਪਰ ਮੰਥਨ ਕਰਨ ਦੀ ਜ਼ਰੂਰ ਲੋੜ ਹੈਗੀ ਔਰ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਸਿਰਫ ਇੱਕ ਸੀਟ ਜਿਹੜੀ ਆ ਉਹ ਹਾਸਲ ਹੋਈ ਹੈ। ਸੋ ਇਸ ਸਾਰੇ तमाम ਗੱਲਬਾਤ ਦੇ ਉੱਪਰ तमाम ਇਹਨਾਂ ਜੋ ਰਿਜ਼ਲਟ ਆਏ ਨੇ, ਨਤੀਜੇ ਆਏ ਨੇ ਚੋਣਾਂ ਦੇ, ਇਸ ਦੇ ਉੱਪਰ ਗੱਲਬਾਤ ਕਰਾਂਗੇ। ਸੋ ਮਹਿਮਾਨ ਸਾਡੇ ਨਾਲ ਜੁੜ ਚੁੱਕੇ ਨੇ ਆਮ ਆਦਮੀ ਪਾਰਟੀ ਤੋਂ ਜਸਕਰਨ ਬਦੇਸ਼ਾ,
ਹਰਪ੍ਰੀਤ ਕੌਰ ਬੱਬਲਾ ਕਾਂਗਰਸ ਤੋਂ ਜੁੜ ਚੁੱਕੇ ਨੇ। ਇਸ ਦੇ ਨਾਲ ਹੀ ਭਾਜਪਾ ਤੋਂ ਨਰੇਸ਼ ਅਰੋੜਾ ਸਾਡੇ ਨਾਲ ਜਿਹੜੇ ਨੇ ਇਸ ਡਿਬੇਟ ਦੇ ਵਿੱਚ ਜੁੜ ਚੁੱਕੇ ਨੇ। ਮੈਂ तमाम ਮਹਿਮਾਨਾਂ ਦਾ ਬਹੁਤ-ਬਹੁਤ ਸਵਾਗਤ ਕਰਦਾ। शुक्रिया। सो मैं शुरुआत करना चाहूँगा जसकरण बदेशा जी तो। जसकरण जी, आम आदमी पार्टी ने पहली बार जी है इलैक्शन चंडीगढ़ ਦੇ ਵਿੱਚ ਨਗਰ ਨਿਗਮ ਚੋਣਾਂ ਦੀ ਲੜੀ ਹੈ ਔਰ ਚੰਗੀਆਂ ਖਾਸੀਆਂ ਆਪਾਂ ਕਹਿ ਸਕਦੇ ਹਾਂ ਕਿ ਸੀਟਾਂ ਜਿਹੜੀਆਂ ਤੁਸੀਂ ਜਿੱਤ ਕੇ ਲੈ ਕੇ ਆਏ ਹੋ, ਤਾਂ ਇਹ ਜਿੱਤ ਨੂੰ ਪ੍ਰਭਾਸ਼ਿਤ ਕਿਵੇਂ ਕਰਦੇ ਹੋ? ਕੀ ਮਾਇਨੇ ਤੁਹਾਡੇ ਲਈ ਇਸ ਜਿੱਤ ਦੇ ਹੈਗੇ ਨੇ? ਹਾਲਾਂਕਿ ਅਰਵਿੰਦ ਕੇਜਰੀਵਾਲ ਤੁਹਾਡੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਕਹਿ ਚੁੱਕੇ ਨੇ ਕਿ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਇਹ ਜਿਹੜਾ ਹੈਗਾ ਉਹ ਵੱਡੇ ਬਦਲਾਅ ਦਾ ਸੰਕੇਤ ਹੈਗਾ ਇਹ ਜਿੱਤ ਜਿਹੜੀ ਹੈਗੀ ਹੈ। ਤੁਸੀਂ ਕਿਵੇਂ ਇਸ ਜਿੱਤ ਨੂੰ ਪ੍ਰਭਾਸ਼ਿਤ ਕਰਦੇ ਹੋ? ਸਭ ਤੋਂ ਪਹਿਲਾਂ ਤੇ ਚੰਡੀਗੜ੍ਹ ਦੇ ਵੋਟਰਾਂ ਦਾ ਆਮ ਆਦਮੀ ਪਾਰਟੀ ਦੇ ਵਿੱਚ ਵਿਸ਼ਵਾਸ, ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਵਿਸ਼ਵਾਸ ਪ੍ਰਗਟ ਕਰਨ ਲਈ ਉਹਨਾਂ ਦਾ ਧੰਨਵਾਦ। ਇਹਨੇ ਛੋਟੇ ਸਮੇਂ ਦੇ ਵਿੱਚ ਇਹ ਕਿਸੇ ਪਾਰਟੀ ਨੂੰ ਇੱਕ ਸਟੇਟ ਤੋਂ ਬਾਹਰ ਜਾ ਕੇ ਜਿੱਤਾਂ ਹਾਸਲ ਹੋ ਰਹੀਆਂ ਤੇ ਆਪਣੇ ਆਪ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ। ਇਹਦਾ ਸਾਰਾ ਸ਼੍ਰੇਅ ਸ਼੍ਰੀ ਅਰਵਿੰਦ ਕੇਜਰੀਵਾਲ ਜੀ, ਉਹਨਾਂ ਦੀ ਟੀਮ, ਉਹਨਾਂ ਦੀ ਚੰਗੀ ਸੋਚ, ਜੋ ਡਿਵੈਲਪਮੈਂਟ ਤੇ ਵਿਕਾਸ ਦੀ ਜਿਹੜੀ ਪੋਲਿਟਿਕਸ ਕਰਦੇ ਨੇ ਦੇਸ਼ ਦੇ ਵਿੱਚ, ਹਰ ਤਰ੍ਹਾਂ ਦੀ ਦੂਸਰੀ ਜਿਹੜੀ ਕਰਪਟ ਪੋਲੀਟੀਕਲ ਸਿਸਟਮ ਹੈਗਾ ਉਹਨੂੰ ਨਕਾਰ ਕੇ ਚੰਗੀ ਰਾਜਨੀਤੀ ਦੇਣ ਦਾ ਜਿਹੜਾ ਦੇਸ਼ ਨੂੰ ਵਾਅਦਾ ਕੀਤਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ। ਔਰ ਸਾਡੇ ਲੋਕ ਜਿਹੜੇ ਆ ਵਿਸ਼ਵਾਸ ਜਿਹੜੇ ਆ ਉਹਨਾਂ ਦੀ ਸੋਚ ਤੇ ਪ੍ਰਗਟਾ ਰਹੇ ਨੇ। ਇੱਕ ਵਾਰ ਫਿਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਦੂਸਰੀ ਬੇਨਤੀ ਹੈਗੀ ਆ ਕਿ ਦੇਸ਼ ਦੇ ਵਿੱਚ ਆਜ਼ਾਦੀ ਤੋਂ ਬਾਅਦ ਲੰਮਾ ਸਮਾਂ ਜਿਸ ਤਰ੍ਹਾਂ ਦੀ ਰਾਜਨੀਤੀ ਚੱਲਦੀ ਰਹੀ ਆ, ਜਿਸ ਦੇ ਵਿੱਚ ਜਾਤੀਵਾਦ ਦੀ ਰਾਜਨੀਤੀ ਆ, ਧਰਮ ਦੀ ਰਾਜਨੀਤੀ ਆ, ਉਹਦੇ ਵਿੱਚ ਪਰਿਵਾਰਵਾਦ ਦੀ ਰਾਜਨੀਤੀ ਆ, ਅਤੇ ਹੋਰ ਬਹੁਤ ਸਾਰੀਆਂ ਲੋਕਾਂ ਨੂੰ ਗੁੰਮਰਾਹ ਕਰੂ ਰਾਜਨੀਤਿਕ ਜਿਹੜੇ ਪੈਂਤੜੇ ਦੇਣ ਵਾਲੀਆਂ ਪਾਰਟੀਆਂ ਲਗਾਤਾਰ ਰਾਜ ਕਰਦੀ ਰਹੀਆਂ। ਔਰ ਭਾਰਤੀ ਜਨਤਾ ਪਾਰਟੀ ਜਿਸ ਨਾਲ ਸਾਡਾ ਮੁੱਖ ਮੁਕਾਬਲਾ ਹੋਇਆ, ਇਹ ਵੀ ਲਗਭਗ ਉਸੇ ਰਾਹ ਤੇ ਚੱਲਦੀ ਆਈ ਹੈ। ਹਾਲਾਂਕਿ ਸਟਾਰਟਿੰਗ ਦੇ ਵਿੱਚ ਇਹਨਾਂ ਕੁਝ ਨਇਆ ਸ਼੍ਰੀ ਮੋਦੀ ਜੀ ਦੀ ਅਗਵਾਈ ਦੇ ਵਿੱਚ ਦੇਣ ਦੀ ਕੋਸ਼ਿਸ਼, ਦੇਣ ਦੇ ਵਾਅਦੇ ਕੀਤੇ ਸੀ, ਕਿ ਸੁਪਨੇ ਦਿਖਾਏ ਸੀਗੇ ਦੇਸ਼ ਨੂੰ, ਪਰ ਅਫਸੋਸ ਆ ਕਿ ਉਹ ਵੀ ਕਾਂਗਰਸ ਪਾਰਟੀ ਦੇ ਸ਼ਾਸਨ ਵਾਂਗ ਹੀ ਲਗਭਗ ਉਦਾਂ ਹੀ ਚੱਲਦਾ ਰਿਹਾ। ਔਰ ਦੇਸ਼ ਦੇ ਲੋਕ ਇਸ ਟਾਈਮ ਅੱਕ ਚੁੱਕੇ ਨੇ, ਥੱਕ ਚੁੱਕੇ ਨੇ, ਬੋਰ ਹੋ ਚੁੱਕੇ ਨੇ। ਰਵਾਇਤੀ ਲੀਡਰਸ਼ਿਪ ਦੀ ਜਿਹੜੀ ਆ ਅਖੌਤੀ ਲਾਰੇਬਾਜ਼ੀ ਵਾਲੀ ਔਰ ਕੁਛ ਨਾ ਕਰਨ ਦੀ ਔਰ ਕਰਪਸ਼ਨ ਮਾਫੀਆ ਨੂੰ ਬੜਾਵਾ ਦੇਣ ਵਾਲੀ ਜਿਹੜੀ ਰਾਜਨੀਤੀ ਤੋਂ ਅੱਕ ਚੁੱਕੇ ਨੇ। ਔਰ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਇੱਕ ਬਦਲਦੇ ਰੂਪ ਦੇ ਵਿੱਚ ਦੇਖ ਰਹੇ ਨੇ। 3 ਵਾਰ ਦਿੱਲੀ ਦੇ ਵਿੱਚ ਲੋਕਾਂ ਨੇ ਵਿਸ਼ਵਾਸ ਪ੍ਰਗਟਾਇਆ ਔਰ ਅਸੀਂ ਕੰਮ ਕਰਕੇ ਵਿਖਾਇਆ, ਵਿਕਾਸ ਕਰਕੇ ਦਿਖਾਇਆ, ਐਜੂਕੇਸ਼ਨ, ਹੈਲਥ ਔਰ ਬਹੁਤ ਸਾਰੀਆਂ ਜ਼ਰੂਰੀ ਚੀਜ਼ਾਂ ਜਿਹੜੀਆਂ ਉਹਦੇ ਵਿੱਚ ਦੁਨੀਆ ਭਰ ਦੇ ਵਿੱਚ ਅਸੀਂ ਐਗਜ਼ਾਮਪਲ ਸੈੱਟ ਕਰਕੇ ਕੰਮ ਵਿਖਾਇਆ। ਉਸੇ ਕੰਮਾਂ ਨੂੰ ਦੇਖ ਕੇ ਚੰਡੀਗੜ੍ਹ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਤੇ ਵਿਸ਼ਵਾਸ ਪ੍ਰਗਟਾਇਆ। ਔਰ ਦੇਖੋ, ਹੈਰਾਨੀ ਵਾਲੀ ਗੱਲ ਹੈਗੀ ਆ ਕਿ ਜਦੋਂ ਇਲੈਕਸ਼ਨ ਚੱਲ ਰਹੀ ਸੀਗੀ, ਲੋਕਾਂ ਦੇ ਨੂੰ ਨਜ਼ਰ ਭਾਰਤੀ ਜਨਤਾ ਪਾਰਟੀ ਔਰ ਕਾਂਗਰਸ ਦੇ ਝੰਡੀਆਂ ਔਰ ਰੈਲੀਆਂ ਰਾਤ ਦਿਨ ਨਜ਼ਰ ਆਉਂਦੀਆਂ ਸੀਗੀਆਂ। ਅਸੀਂ ਇੱਕ ਵੱਡੀ ਰੈਲੀ ਸਿਰਫ ਇੱਕ ਹੀ ਕੀਤੀ ਹੈ ਚੰਡੀਗੜ੍ਹ ਦੇ ਵਿੱਚ। ਇਹ ਲੋਕਾਂ ਦਾ ਬਦਲਾਅ ਦੇ ਪ੍ਰਤੀ, ਨਾਰਥ ਇੰਡੀਆ ਦੇ ਲੋਕਾਂ ਦਾ ਖਾਸ ਕਰਕੇ ਬਦਲਾਅ ਦੇ ਪ੍ਰਤੀ ਜਿਹੜੀ ਹੁਣ ਸੋਚ ਬਣਦੀ ਜਾ ਰਹੀ ਹੈ, ਵਿਚਾਰ ਬਣਦਾ ਜਾ ਰਿਹਾ, ਉਹਦੇ ਬਿੰਬ ਵਜੋਂ ਅਸੀਂ ਲੈ ਰਹੇ ਹਾਂ ਚੰਡੀਗੜ੍ਹ ਦੀ ਇਲੈਕਸ਼ਨ ਨੂੰ। ਕਿ ਗੌਰਤਲਬ ਗੱਲ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਕਿੰਨੇ ਚੀਫ ਮਿਨਿਸਟਰ, ਕਿੰਨੇ ਸੈਂਟਰਲ ਮਿਨਿਸਟਰ, ਬੀਜੇਪੀ ਦੇ ਅਨੁਰਾਗ ਠਾਕਰ ਜੀ ਹੁਣੇ ਤਾਂ ਰਹੇ ਇੱਥੇ ਲਗਾਤਾਰ, ਇੰਨੀਆਂ ਵੱਡੀਆਂ ਹਰ ਵਾਰਡ ਦੇ ਵਿੱਚ ਵੱਡੀਆਂ ਰੈਲੀਆਂ ਕਰਕੇ ਵੀ ਵੋਟਰਾਂ ਨੂੰ ਗੁੰਮਰਾਹ ਨਹੀਂ ਕਰ ਪਾਏ। ਔਰ ਸ਼ੁਭ ਸੰਕੇਤ ਹੈ ਲੋਕਤੰਤਰ ਲਈ ਕਿ ਭਾਰਤੀ ਜਨਤਾ ਪਾਰਟੀ ਔਰ ਕਾਂਗਰਸ ਦੀਆਂ ਨੀਤੀਆਂ ਤੋਂ ਦੁਖੀ ਹੋਏ ਲੋਕ ਆਮ ਆਦਮੀ ਪਾਰਟੀ ਨੂੰ ਬਦਲ ਵਜੋਂ ਵੇਖ ਰਹੇ। ਔਰ ਅਸੀਂ ਵਾਅਦਾ ਕਰਦੇ ਹਾਂ ਕਿ ਅਸੀਂ ਜਿਸ ਵਿਸ਼ਵਾਸ ਨਾਲ ਲੋਕ ਸਾਨੂੰ ਸਮਰਪਣ ਪਿਆਰ ਦੇ ਰਹੇ ਨੇ, ਅਸੀਂ ਉਹਨਾਂ ਦਾ ਵਿਸ਼ਵਾਸ ਕਾਇਮ ਰੱਖਾਂਗੇ। ਦਿੱਲੀ ਵਾਂਗ ਇੱਥੇ ਵੀ ਲਗਾਤਾਰ ਅਸੀਂ ਕੰਮ ਕਰਕੇ ਦਿਖਾਵਾਂਗੇ। ਔਰ ਪੰਜਾਬ ਦੀ ਇਲੈਕਸ਼ਨ ਆਉਣ ਵਾਲੀ ਆ, ਇੱਕ ਸ਼ੁਭ ਆਗਾਜ਼ ਹੋ ਚੁੱਕਾ ਪੰਜਾਬ, ਕਿਉਂਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਆ। ਥੋੜੇ ਦਿਨਾਂ ਦੇ ਵਿੱਚ ਜਿਹੜੀ ਇਲੈਕਸ਼ਨ ਹੋਣੀ ਆ, ਉਹਦੇ ਵਿੱਚ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਪੰਜਾਬ ਦੇ ਲੋਕ ਵੀ ਸਾਡੇ ਇਸ ਤਰ੍ਹਾਂ ਵਿਸ਼ਵਾਸ ਕਰਨਗੇ ਔਰ ਅਸੀਂ ਉਹਨਾਂ ਦਾ ਵਿਸ਼ਵਾਸ ਕਾਇਮ ਕਰਕੇ ਰੱਖਾਂਗੇ। ਹਰ ਤਰ੍ਹਾਂ ਦੇ ਡਰੱਗ, ਹਰ ਤਰ੍ਹਾਂ ਦੇ ਕਰਪਸ਼ਨ, ਹਰ ਤਰ੍ਹਾਂ ਦਾ ਮਾਫੀਆ, ਹਰ ਤਰ੍ਹਾਂ ਦਾ ਭਾਈ ਭਤੀਜਾ ਸਭ ਝਾੜੂ ਨਾਲ ਖੂੰਜ ਕੇ ਸੁੱਟ ਦਿਆਂਗੇ। ਠੀਕ ਹੈ। ਮੈਂ ਚੰਡੀਗੜ੍ਹ ਦੀ ਇਲੈਕਸ਼ਨ ਤੇ ਮੈਂ ਪੰਜਾਬ ਦੀ ਇਲੈਕਸ਼ਨ ਤੇ ਜ਼ਰੂਰ ਆਉਂਗਾ, ਪਰ ਫਿਲਹਾਲ ਆਪਾਂ ਗੱਲ ਜਿਹੜੀ ਆ ਉਹ ਚੰਡੀਗੜ੍ਹ ਦੇ ਉੱਪਰ ਆਪਾਂ ਫੋਕਸ ਰੱਖੀਏ। ਮੈਂ ਉਹ ਵੀ ਪਹਿਲੂ ਦਾ ਜ਼ਿਕਰ ਜ਼ਰੂਰ ਕਰੂੰਗਾ ਕਿ ਪੰਜਾਬ ਦੀ ਇਲੈਕਸ਼ਨ ਦੇ ਸੰਦਰਭ ਦੇ ਵਿੱਚ ਇਸ ਨੂੰ ਕਿਵੇਂ ਦੇਖਿਆ ਜਾਵੇ, ਉਹ ਉਸ ਚੀਜ਼ ਦਾ ਵੀ ਜ਼ਿਕਰ ਕਰਾਂਗੇ। ਪਰ ਫਿਲਹਾਲ ਚੰਡੀਗੜ੍ਹ ਦੀ ਇਲੈਕਸ਼ਨ ਤੇ ਰਵਾਂਗੇ ਜਸਕਰਨ ਜੀ। ਔਰ ਉਸ ਤੋਂ ਬਾਅਦ ਮੈਂ ਬੀਜੇਪੀ ਦੇ ਬੁਲਾਰੇ ਬਣੇ ਹੋਏ ਨੇ ਨਰੇਸ਼ ਅਰੋੜਾ ਜੀ। ਤੁਸੀਂ ਜ਼ਿਕਰ ਕੀਤਾ, ਜਿਵੇਂ ਜਸਕਰਨ ਜੀ ਨੇ ਜ਼ਿਕਰ ਕੀਤਾ ਕਿ ਜਾਤੀਵਾਦ ਦੀ ਰਾਜਨੀਤੀ ਹੈ ਜਿਹੜੀ ਉਹ ਲੰਮਾ ਸਮਾਂ ਜਿਹੜੀ ਹੈ ਉਹ ਭਾਰਤ ਦੇ ਵਿੱਚ ਭਾਰੂ ਰਹੀ ਹੈ। ਉਹਨਾਂ ਨੇ ਦੋਨਾਂ ਪਾਰਟੀਆਂ ਦਾ ਜ਼ਿਕਰ ਕਰਤਾ, ਕਾਂਗਰਸ ਦਾ ਵੀ ਔਰ ਭਾਜਪਾ ਦਾ ਵੀ। ਸੋ ਨਰੇਸ਼ ਜੀ, ਮੈਂ ਜਾਣਨਾ ਚਾਹੁੰਦਾ ਕਿ ਕੀ ਚੰਡੀਗੜ੍ਹ ਦੇ ਵਿੱਚ ਲੋਕਾਂ ਨੂੰ ਸਬਕਾ ਸਾਥ, ਸਬਕਾ ਵਿਕਾਸ ਕੀ ਚੰਗਾ ਨਹੀਂ ਲੱਗਾ?
ਬਿਲਕੁਲ ਦੇਖੋ, ਮੈਂ ਨਾ ਸਭ ਤੋਂ ਪਹਿਲਾਂ ਜਿਹੜੇ ਆਪਣੇ ਜਿਸ ਜਿੰਨੀ ਸੀਟ ਆਈ ਹੈ ਉਹਨੂੰ ਵਧਾਈ ਦਿੰਦਾ ਜੀ। ਤੇ ਮੇਰੇ ਆਮ ਆਦਮੀ ਪਾर्टी ਦੇ ਇੱਕ ਲੀਡਰ ਗੱਲ ਕਰ ਰਹੇ ਸੀਗੇ ਕਿ ਵੀ ਜੋ ਦਿੱਲੀ ਨੇ किया वो यहाँ भी करेंगे, जो वादे किए यहाँ भी करेंगे। मैं ਇਹਨਾਂ ਨੂੰ ਕਹਿਣਾ ਚਾਹੁੰਦਾ ਕਿ ਸਾਡੀ ਚੰਡੀਗੜ੍ਹ ਦੀ ਜਨਤਾ ਨਾਲ ਧੋਖਾ ਨਾ ਕਰਿਓ ਜੀ। ਦਿੱਲੀ 'ਚ ਤਾਂ ਤੁਸੀਂ ਬੜੇ ਧੋਖੇ ਕਰੇ ਆ। ਹੁਣ ਅਰਵਿੰਦ ਕੇਜਰੀਵਾਲ ਜੀ ਆ ਕੇ ਚੰਡੀਗੜ੍ਹ ਨੂੰ ਪੰਜਾਬ ਨਾਲ ਮਿਲਾ ਕੇ ਸੀ। ਚੰਡੀਗੜ੍ਹ ਦੀ ਜਨਤਾ ਬਿਲਕੁਲ ਨਹੀਂ ਚਾਹੁੰਦੀ ਪੰਜਾਬ ਨਾਲ ਮਿਲਣਾ। ਇਹ ਆਪਣੀ ਤਰੀਕੇ ਦੀ ਡਿਫਰੈਂਟ ਰਾਜਨੀਤੀ ਕਰਨ ਦੀ ਗੱਲ ਕਰਦੇ ਆ। ਦਿੱਲੀ 'ਚ ਕੋਈ ਡਿਵੈਲਪਮੈਂਟ ਦਾ ਕੰਮ ਕੀਤਾ ਨਹੀਂ। ਚੰਡੀਗੜ੍ਹ ਨੂੰ ਇਹਨਾਂ ਨੇ ਵਰਗਲਾਉਣ ਦੀ ਕੋਸ਼ਿਸ਼ ਕੀਤੀ ਹੈ। ਚੰਡੀਗੜ੍ਹ ਵਾਲਿਆਂ ਨੂੰ ਫ੍ਰੀ 'ਚ ਸਮਾਨ ਦੇਣ ਦੀ, ਲੋਕਾਂ ਨੂੰ ਇੱਥੇ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਵੀ ਫ੍ਰੀ ਵਾਲੇ ਉਹਦੇ ਲਾਰੇ 'ਚ ਲਗਾ ਦਈਏ। ਠੀਕ ਹੈ, ਇਹਨਾਂ ਕੋਲ ਕੁਝ ਸੀਟਾਂ ਆ ਗਈਆਂ। ਜੇ ਚੰਡੀਗੜ੍ਹ ਦੀ ਜਨਤਾ ਇਹਨਾਂ ਨੂੰ ਪਸੰਦ ਕਰਦੀ ਤਾਂ ਕਲੀਅਰ ਮੈਂਡੇਟ ਦਿੰਦੀ। ਹੋ ਸਕਦਾ ਕਿ ਬਾਕੀ ਪਾਰਟੀਆਂ ਨਾਲ ਨਾਰਾਜ਼ਗੀ ਰਹੀ ਹੋਵੇ ਚੰਡੀਗੜ੍ਹ ਦੀ ਜਨਤਾ ਦੀ, ਪਰ ਚੰਡੀਗੜ੍ਹ ਦੀ ਜਨਤਾ ਨੇ ਆਮ ਆਦਮੀ ਪਾਰਟੀ ਨੂੰ ਕਲੀਅਰ ਮੈਂਡੇਟ ਨਹੀਂ ਦਿੱਤਾ। ਇਹਨਾਂ ਨੂੰ ਆਪਣੇ ਆਪ ਨੂੰ ਸ਼ਾਬਾਸ਼ੀ ਦੇਣ ਦੀ ਤੇ ਕੇਜਰੀਵਾਲ ਦੀ ਜੈ ਜੈਕਾਰ ਕਰਦੀ ਹੈ ਬੜੀ ਜਲਦੀਬਾਜ਼ੀ ਲੱਗੀ ਰਹਿੰਦੀ ਹੈ। ਮੈਨੂੰ ਲੱਗਦਾ ਇਹ ਸਭ ਕੁਝ ਜੋ ਇਹਨਾਂ ਨੇ ਆਪਣੀ ਪਿਛਾਪੇ ਥਪਥਪਾ ਲਈ, ਇਹ ਥੋੜੀ ਜਿਹੀ ਜਲਦਬਾਜ਼ੀ ਕਰ ਰਹੇ ਆ। ਤੇ ਬਾਕੀ ਭਾਜਪਾ ਦਾ ਜਿਹੜਾ ਹੈਗਾ ਜੋ ਵੀ ਰਿਹਾ ਅਸੀਂ ਦੇਖਾਂਗੇ ਉਹਦੇ 'ਚ ਕੀ ਰਿਹਾ, ਕਿੱਦਾਂ ਦੀ ਦਿੱਕਤ ਰਹੀ ਹੈ। ਉਹ ਸਾਰਾ ਹੁਣ ਆਤਮ ਮੰਥਨ ਦੀ ਲੋੜ ਹੈਗੀ। ਠੀਕ ਹੈ ਅਰੋੜਾ ਸਾਹਿਬ, ਆਪਾਂ ਰਿਐਕਸ਼ਨ ਲੈ ਲਈਏ। ਜਿਹੜੀ ਗੱਲ ਤੁਸੀਂ ਜ਼ਿਕਰ ਕੀਤਾ ਕਿ ਕਲੀਅਰ ਮੈਂਡੇਟ ਨਹੀਂ ਮਿਲਿਆ, ਉਸ ਤੋਂ ਬਾਅਦ ਮੈਂ ਜਿਹੜੇ ਹਰਪ੍ਰੀਤ ਕੌਰ ਬੱਬਲਾ ਜੀ ਕੋਲ ਆਉਂਗਾ। ਜਸਕਰਨ ਜੀ 30 ਸੈਕਿੰਡ ਦੇ ਵਿੱਚ ਤੁਸੀਂ ਇਸ ਗੱਲ ਦਾ ਰਿਐਕਸ਼ਨ ਦਿਓ। ਜਿਹੜੀ ਗੱਲ ਕਹਿ ਰਹੇ ਆ ਕਿ ਠੀਕ ਹੈ ਕੇਜਰੀਵਾਲ ਸਾਹਿਬ ਦਾ ਤੁਸੀਂ ਗੁਣਗਾਨ ਕਰ ਰਹੇ ਹੋ, ਪਰ ਕਲੀਅਰ ਮੈਂਡੇਟ ਤੁਹਾਨੂੰ ਵੀ ਨਹੀਂ ਆਇਆ। ਸਾਡੀ ਪਾਰਟੀ ਨੇ ਪਹਿਲੀ ਵਾਰ ਇਲੈਕਸ਼ਨ ਲੜੀ ਆ ਔਰ ਇਹਨਾਂ ਪਾਰਟੀਆਂ ਨੂੰ 25 ਸਾਲ ਹੋ ਗਏ ਆ ਇਲੈਕਸ਼ਨ ਲੜਦਿਆਂ, ਜਿਹਦੇ 'ਚ 13 ਸਾਲ ਲਗਾਤਾਰ। ਭਾਈ ਸਾਹਿਬ ਬੇਨਤੀ ਹੈ ਸੁਣ ਲਿਓ ਜੋ ਤੁਸੀਂ ਬੋਲ ਰਹੇ ਮੈਂ ਬੋਲਿਆ ਨਹੀਂ, ਸੁਣ ਲਿਓ ਭਾਈ ਸਾਹਿਬ, ਸੁਣ ਲਿਓ। ਤੁਹਾਡਾ ਸਵਾਲ ਆ ਗਿਆ ਮੇਰਾ, ਸੁਣ ਲਿਓ। 13 ਸਾਲ ਤੋਂ ਭਾਰਤੀ ਜਨਤਾ ਪਾਰਟੀ ਲਗਾਤਾਰ, ਭਾਰਤੀ ਜਨਤਾ ਪਾਰਟੀ ਔਰ ਕਾਂਗਰਸ 25 ਸਾਲ ਤੋਂ सक्रिय ਹੈਗਾ। ਅਸੀਂ ਪਹਿਲੀ ਵਾਰ ਇਲੈਕਸ਼ਨ ਲੜੀ ਹੈ ਇੱਥੇ ਕਾਰਪੋਰੇਸ਼ਨ ਦੀ। 13 ਸਾਲ ਲਗਾ ਜਿਹੜੇ ਭਾਰਤੀ ਜਨਤਾ ਪਾਰਟੀ ਰਹੀ ਹੈ ਔਰ ਇਹਨਾਂ ਨੇ ਆਪਣਾ ਜੋ ਮੈਕਸਿਮਮ ਕਰ ਸਕਦੇ ਸੀ ਲੋਕਾਂ ਨੂੰ ਵਿਖਾਇਆ, ਜਿਹਦੇ ਵਿੱਚ ਅਫਸੋਸ ਦੀ ਗੱਲ ਇਹ ਆ ਭਾਰਤੀ ਜਨਤਾ ਪਾਰਟੀ ਸਾਡੇ ਬੁਲਾਰੇ ਸਤਿਕਾਰਯੋਗ ਕਹਿ ਰਹੇ ਸੀਗੇ, ਪਰ ਮੈਂ ਯਾਦ ਦਿਵਾ ਦਿਆਂ ਭਾਈ ਸਾਹਿਬ ਸੁਣ ਲਓ। ਅਰੋੜਾ ਸਾਹਿਬ ਆਪਾਂ ਰਿਐਕਸ਼ਨ ਲੈ ਲਈਏ। ਅਰੋੜਾ ਸਾਹਿਬ ਮੈਂ ਆਉਂਗਾ ਤੁਹਾਡੇ ਕੋਲ, ਆਪਾਂ ਰਿਐਕਸ਼ਨ ਲੈ ਲਈਏ ਪਹਿਲਾਂ। ਚੰਡੀਗੜ੍ਹ ਦੇਸ਼ ਦਾ ਖੂਬਸੂਰਤ ਨੰਬਰ 1 ਸੀਗਾ। ਭਾਰਤੀ ਜਨਤਾ ਪਾਰਟੀ ਦੇ ਪ੍ਰਸ਼ਾਸਨ ਨੇ 66ਵੇਂ ਨੰਬਰ ਤੇ ਪਹੁੰਚਾਤਾ ਔਰ 66ਵੇਂ ਨੰਬਰ ਤੇ ਪਹੁੰਚਾਉਣਾ ਆਪਣੇ ਆਪ 'ਚ ਇੱਕ ਸ਼ਰਮਨਾਕ ਗੱਲ ਹੈਗੀ ਹੈ। ਦੂਸਰੀ ਗੱਲ ਇਹ ਕਹਿ ਰਹੇ ਸੀ ਕਿ ਭਾਈ ਸਾਹਿਬ ਦਿੱਲੀ ਦੇ ਵਿੱਚ, ਭਾਈ ਸਾਹਿਬ ਤੁਹਾਨੂੰ ਯਾਦ ਦਿਵਾ ਦਿਆਂ, ਚੰਡੀਗੜ੍ਹ ਨਵੀਂ ਦਿੱਲੀ ਦੇ ਵਿੱਚ 3 ਵਾਰ ਲਗਾਤਾਰ ਅਸੀਂ ਜਿੱਤ ਹਾਸਲ ਕੀਤੀ ਆ। ਦੂਜੀ ਵਾਰ ਬੰਦਾ ਉਹ ਜਿੱਤ ਹਾਸਲ ਕਰ ਜਿਹਨੇ ਕੁਝ ਕਰਕੇ ਹੋਇਆ। ਤੀਜੀ ਵਾਰਾਂ ਤਾਂ ਬਿਲਕੁਲ ਜੇ ਠੱਪਾ ਹੀ ਲਾਤਾ ਹੋਏ ਡਿਵੈਲਪਮੈਂਟ ਤੇ ਵਿਕਾਸ ਤੇ, ਉਹਨੂੰ ਵੋਟਾਂ ਲੋਕਾਂ ਪਾਉਂਦੀਆਂ। ਤੁਹਾਡੇ ਕਹਿਣ ਨਾਲ ਕੀ ਹੁੰਦਾ ਜੋ ਦਿੱਲੀ ਦੇ ਲੋਕਾਂ ਨੇ ਤੀਸਰੀ ਵਾਰ ਸਾਨੂੰ। ਠੀਕ ਹੈ ਜਸਕਰਨ ਜੀ, ਤੁਸੀਂ ਕਹਿ ਰਹੇ ਹੋ ਕਿ ਦਿੱਲੀ 'ਚ ਵਿਕਾਸ ਕੀਤਾ ਹੈ ਆਮ ਆਦਮੀ ਪਾਰਟੀ ਨੇ, ਉਸ ਦੇ ਉੱਪਰ ਚੰਡੀਗੜ੍ਹ ਦੇ ਲੋਕਾਂ ਨੇ ਮੋਹਰ ਲਾਈ ਹੈ ਔਰ ਤੁਹਾਨੂੰ ਜਿਹੜਾ ਇਹ 14 ਸੀਟਾਂ ਦਿੱਤੀਆਂ। ਠੀਕ ਹੈ, ਤੁਹਾਡਾ ਪੁਆਇੰਟ ਆ ਗਿਆ। ਮੈਂ ਹਰਪ੍ਰੀਤ ਜੀ ਕੋਲ ਜਾਣਾ ਚਾਹੂੰਗਾ। ਹਰਪ੍ਰੀਤ ਜੀ ਕਿਵੇਂ ਦੇਖਦੇ ਹੋ ਇਸ ਆਮ ਆਦਮੀ ਪਾਰਟੀ ਦੀ ਜਿੱਤ ਨੂੰ? ਕੀ ਇਸ ਨੂੰ ਕਾਂਗਰਸ ਭਾਜਪਾ ਦੀ ਐਂਟੀ ਇਨਕੰਪੈਂਸੀ ਦੇ ਨਜ਼ਰੀਏ ਨਾਲ ਦੇਖਦੀ ਹੈ ਕਿ ਕਿਉਂਕਿ ਭਾਜਪਾ ਲਗਾਤਾਰ ਰੂਲਿੰਗ ਸੀਗੀ ਚੰਡੀਗੜ੍ਹ ਦੇ ਵਿੱਚ, ਤਾਂ ਇਹ ਇੱਕ ਐਂਟੀ ਇਨਕੰਪੈਂਸੀ ਵੀ ਹੋ ਸਕਦੀ ਹੈ ਭਾਜਪਾ ਦੇ ਖਿਲਾਫ ਔਰ ਲੋਕਾਂ ਨੇ ਮੈਂਡੇਟ ਜਿਹੜਾ ਉਹ ਆਮ ਆਦਮੀ ਪਾਰਟੀ ਨੂੰ ਦੇਤਾ। ਕਾਂਗਰਸ ਇਸ ਨੂੰ ਕਿਵੇਂ ਦੇਖਦੀ ਹੈ? ਪਹਿਲੀ ਗੱਲ ਤੇ ਜੀ ਮੈਂ ਆਪਣੇ ਇੱਕ ਵੋਟਰ ਦਾ ਧੰਨਵਾਦ ਕਰਨਾ ਚਾਹਾਂਗੀ ਕਿ ਉਹਨਾਂ ਨੇ ਮੈਨੂੰ ਇੰਨੇ ਵੱਡੇ ਮਾਰਜਨ ਤੋਂ ਜਿਤਾਇਆ। 3003 ਵੋਟਾਂ ਤੋਂ ਜਿਤਾਇਆ, ਜੋ ਕਿ ਇੱਕ ਚੰਡੀਗੜ੍ਹ ਮਿਊਨਿਸਪਲ ਕਾਰਪੋਰੇਸ਼ਨ ਦਾ ਇੱਕ ਮਾਰਜਨ ਅਜੇ ਤੱਕ ਕਦੀ ਨਹੀਂ ਕਿਸੇ ਨੇ ਜਿੱਤਿਆ। ਦੂਸਰੀ ਗੱਲ ਮੈਂ ਕਹਿਣਾ ਚਾਹਾਂਗੀ ਕਿ ਅੱਜ ਦੇ ਦਿਨ ਅਸੀਂ ਪਾਰਟੀਆਂ ਦੇ ਬਾਰੇ ਗੱਲ ਕਰਦੇ, ਆਪਾਂ ਨੂੰ ਰਿਸਪੈਕਟ ਕਰਨਾ ਚਾਹੀਦਾ ਹੈ ਜਿਹੜਾ ਮੈਂਡੇਟ ਆਇਆ। ਔਰ ਮੈਂ ਪਰਸਨਲੀ ਸਾਰੇ ਮੇਰੇ ਜਿਹੜੇ ਭਰਾ ਹੈਗੇ ਨੇ ਡਿਬੇਟ ਵਿੱਚ, ਉਹਨਾਂ ਨੂੰ ਇਹ ਕਹਾਂਗੇ ਕਿ ਅਸੀਂ ਕੀ ਕਰਨਾ ਹੈ ਉਹ ਆਉਣ ਵਾਲੇ ਸਾਲਾਂ ਦੇ ਵਿੱਚ ਆਪਾਂ ਡਿਸਕਸ ਕਰ ਲਾਂਗੇ, ਆਉਣ ਵਾਲੇ ਮਹੀਨਿਆਂ ਡਿਸਕਸ ਕਰਾਂਗੇ। ਅੱਜ ਦੇ ਦਿਨ ਆਪਾਂ ਖੁਸ਼ੀ ਮਨਾਈਏ ਕਿ ਜਿਹੜੇ ਕਾਉਂਸਲਰਸ ਜਿੱਤ ਕੇ ਆਏ ਨੇ ਔਰ ਆਪਾਂ ਬਹੁਤ ਰਿਸਪੈਕਟਫੁਲੀ ਆਪਣੇ ਵੋਟਰਸ ਨੂੰ ਥੈਂਕ ਕਰੀਏ, ਬਜਾਏ ਕਿ ਆਮ ਆਦਮੀ ਪਾਰਟੀ ਇਹ ਕਰਨ ਜਾ ਰਹੀ ਹੈ, ਕਾਂਗਰਸ ਪਾਰਟੀ ਇਹ ਕਰਨ ਜਾ ਰਹੀ ਹੈ ਜਾਂ ਬੀਜੇਪੀ ਪਾਰਟੀ ਇਹ ਕਰਨ ਜਾ ਰਹੀ ਹੈ। ਮੇਰੇ ਵਾਰਡ ਦੇ ਵਿੱਚ ਹਮੇਸ਼ਾ ਹੀ ਮੁੱਦਾ ਰਿਹਾ ਹੈ ਵਿਕਾਸ ਔਰ ਮੈਂ ਤੇ ਅੱਜ ਵੀ ਉਸੇ ਮੁੱਦੇ ਤੇ ਖੜੀ ਹਾਂ। ਔਰ ਮੇਰੇ ਪਤੀ ਦੇਵ ਦਵਿੰਦਰ ਸਿੰਘ ਬੱਬਲਾ ਜੀ ਪਿਛਲੇ 20 ਸਾਲਾਂ ਤੋਂ ਇਸ ਏਰੀਆ ਨਾਲ ਜੁੜੇ ਹੋਏ ਆ। ਅਸੀਂ ਹਰ ਬੰਦੇ ਦਾ ਕੰਮ ਕੀਤਾ ਔਰ ਅੱਜ ਉਹ ਸਾਨੂੰ ਪਿਆਰ ਸਾਨੂੰ ਆਪਣੇ ਮਾਰਜਨ ਤੋਂ ਦਿਖ ਰਿਹਾ ਹੈ, ਕਿਉਂਕਿ ਸਾਡਾ ਹਮੇਸ਼ਾ ਮੁੱਦਾ ਹੀ ਡਿਵੈਲਪਮੈਂਟ ਰਿਹਾ ਹੈ।
ਮੈਂ ਤੇ ਸਿਰਫ ਤੁਹਾਡੇ ਚੈਨਲ ਦੁਆਰਾ ਇਹ ਕਹਿਣਾ ਚਾਹਨੀ ਆ ਆਪਣੇ ਵਾਰਡ ਦੇ ਵਾਸੀਆਂ ਨੂੰ, ਆਪਣੇ ਚੰਡੀਗੜ੍ਹ ਸ਼ਹਿਰ ਦੇ ਵਾਸੀਆਂ ਨੂੰ, ਕਿ ਜਿਹੜੇ ਅੱਛੇ ਕੰਮ ਬੱਬਲਾ ਜੀ ਨੇ ਕੀਤੇ ਸੀ ਪਾਰਸ਼ਦ ਬਣ ਕੇ, ਉਹੀ ਕੰਮ ਅੱਗੇ ਹਰਪ੍ਰੀਤ ਕੌਰ ਬੱਬਲਾ ਕਰੇਗੀ ਔਰ ਇਸ ਸ਼ਹਿਰ ਨੂੰ ਖੂਬਸੂਰਤ ਹਰਾ ਭਰਾ ਬਣਾਵਾਂਗੇ। ਅਸੀਂ ਕਿਸੇ ਪਾਰਟੀ ਦੀ ਅੱਜ ਗੱਲ ਨਹੀਂ ਕਰਨਾ ਚਾਹੁੰਦੇ, ਅਸੀਂ ਸਿਰਫ ਗੱਲ ਕਰਨੀ ਹੈ ਆਪਣੇ ਅਗਲੇ ਜਿਹੜੇ ਟੈਨਰ ਦੇ ਵਿੱਚ ਮੈਂ ਕਿੱਦਾਂ ਵਿਕਾਸ ਕਰਨਾ ਹੈ, ਕਿੱਦਾਂ ਡਿਵੈਲਪਮੈਂਟ ਕਰਨਾ ਹੈ ਔਰ ਚੰਡੀਗੜ੍ਹ ਜਨਤਾ ਦਾ ਪਿਆਰ ਅਸੀਂ ਕਿਵੇਂ ਲੈਣਾ ਹੈ ਔਰ ਕਿਵੇਂ ਇਸ ਸ਼ਹਿਰ ਨੂੰ ਫਿਰ ਇੱਕ ਦੁਬਾਰਾ ਇੱਕ ਵਾਰੀ ਇੱਕ ਨੰਬਰ ਤੇ ਪਹੁੰਚਾਉਣਾ ਹੈ। ਨਹੀਂ ਠੀਕ ਹੈ ਹਰਪ੍ਰੀਤ ਜੀ, ਇਹ ਗੱਲ ਤੁਹਾਡੀ ਦਰੁਸਤ ਹੈ ਕਿ ਚਲੋ ਜਿਹੜਾ ਉਹ ਵਿਕਾਸ ਦੀ ਗੱਲ ਹੋਣੀ ਚਾਹੀਦੀ ਆ, ਹੋ ਵੀ ਰਹੀ ਹੈ, ਪਰ ਕਿਤੇ ਨਾ ਕਿਤੇ ਪਾਰਟੀਆਂ ਅੰਦਰੂਨੀ ਖਾਤੇ ਮੰਥਨ ਵੀ ਤਾਂ ਕਰਦੀਆਂ ਨੇ ਨਾ ਕਿ ਹਾਰ ਕਿਉਂ ਹੋਈ ਹੈ ਜਾਂ ਜਿੱਤ ਕਿਉਂ ਹੋਈ ਹੈ। ਮੈਂ ਦੇਖੋ ਜੀ ਇਹ ਕਹਾਂਗੀ ਹਰ ਵੋਟਰ ਦੇ ਰਾਈਟ ਹੈ, ਦਿਸ ਇਜ਼ ਅ ਡੈਮੋਕ੍ਰੈਟਿਕ ਕੰਟਰੀ, ਹਰ ਵੋਟਰ ਨੇ ਆਪਣਾ ਫਰੈਂਚਾਈਜ਼ ਪਾਇਆ ਹੈ ਔਰ ਜਿਹੜਾ ਵੀ ਉਹਨੇ ਵੋਟਰ ਨੇ ਪਾਇਆ ਹੈ, ਚਾਹੇ ਆਮ ਆਦਮੀ ਨੂੰ ਇੰਨੀਆਂ ਸੀਟਾਂ ਮਿਲੀਆਂ ਨੇ, ਬੀਜੇਪੀ ਨੂੰ ਇੰਨੀਆਂ ਮਿਲੀਆਂ, ਅਸੀਂ ਰਿਸਪੈਕਟ ਕਰਨੇ ਆ ਉਹਨਾਂ ਦੇ ਡਿਸੀਜਨ ਦਾ, ਅਸੀਂ ਉਸ ਡਿਸੀਜਨ ਨੂੰ ਰਿਸਪੈਕਟ ਕਰਦੇ ਹਾਂ ਤੇ ਇਸ ਕਰਕੇ ਵੀ ਵਿਲ ਆਲਵੇਜ਼ ਪਲੇ ਦ ਰੋਲ ਆਫ ਅ ਕੰਸਟਰਕਟਿਵ ਆਪੋਜੀਸ਼ਨ। ਔਰ ਮੈਂ ਤੁਹਾਨੂੰ ਫਿਰ ਦੁਬਾਰਾ ਕਹਿਣਾ ਚਾਹਨੀ ਆ ਕਿ ਅੱਜ ਦੇ ਦਿਨ ਮੈਂ ਇਸ ਡਿਬੇਟ ਦੇ ਵਿੱਚ ਸਿਰਫ ਇੱਕੋ ਗੱਲ ਕਰਨਾ ਚਾਹਨੀ ਆ ਔਰ ਉਹ ਵੇ ਕਿ ਮੈਂ ਆਪਣੇ ਸਾਰੇ ਵੋਟਰਸ ਨੂੰ ਧੰਨਵਾਦ ਕਰਨਾ ਚਾਹਨੀ ਆ, ਥੈਂਕਸ ਕਰਨਾ ਚਾਹਨੀ ਆ ਜਿਨ੍ਹਾਂ ਨੇ ਮੈਨੂੰ ਇੰਨੇ ਵੱਡੇ ਮਾਰਜਨ ਨਾਲ ਜਿਤਾਇਆ। ਠੀਕ ਹੈ ਠੀਕ ਹੈ ਅਰੋੜਾ ਸਾਹਿਬ, ਜੋ ਆਮ ਆਦਮੀ ਪਾਰਟੀ ਇਸ ਚੀਜ਼ ਦਾ ਜ਼ਿਕਰ ਕਰ ਰਹੀ ਹੈ, ਅਰਵਿੰਦ ਕੇਜਰੀਵਾਲ ਉਹਨਾਂ ਨੇ ਵੀ ਟਵੀਟ ਕੀਤਾ, ਰਾਘਵ ਚੱਡਾ ਦਾ ਵੀ ਬਿਆਨ ਮੈਂ ਸੁਣਿਆ, ਉਸ ਦੇ ਵਿੱਚ ਇਹ ਜ਼ਿਕਰ ਹੋ ਰਿਹਾ ਕਿ ਇਹ ਹਲੇ ਟ੍ਰੇਲਰ ਹੈ, ਪਿਕਚਰ ਜਿਹੜੀ ਆ ਉਹ ਪੰਜਾਬ ਦੇ ਵਿੱਚ ਦਿਖਾਵਾਂਗੇ। ਤੁਹਾਨੂੰ ਲੱਗਦਾ ਹੈ ਕਿ ਇਸ ਜਿੱਤ ਦਾ ਅਸਰ ਹੈ ਜਿਹੜਾ ਉਹ ਆਮ ਆਦਮੀ ਪਾਰਟੀ ਨੂੰ 14 ਸੀਟਾਂ ਮਿਲੀਆਂ ਨੇ, ਹਾਲਾਂਕਿ ਬਹੁਮਤ ਤੋਂ ਦੂਰ ਰਹੀ ਹੈ, ਪਰ ਫਿਰ ਵੀ 14 ਸੀਟਾਂ ਅਸਲ ਦਾ ਜਿਹੜਾ ਉਸ ਦਾ ਅਸਰ ਜਿਹੜਾ ਪੰਜਾਬ ਦੀਆਂ ਚੋਣਾਂ 'ਚ ਪਏਗਾ? ਕੁਝ ਇਹ ਤਾਂ ਆਉਣ ਵਾਲਾ ਵਕਤ ਦੱਸੇਗਾ ਕਿ ਉਧਰ ਕੀ ਹੋਏਗਾ ਕਿੱਦਾਂ ਨਹੀਂ। ਜਿੱਦਾਂ ਇਹ ਫ੍ਰੀ ਵਾਲੇ ਉਹਦੇ 'ਚ ਕਰਦੇ ਆ ਸਾਰਾ, ਜੇ ਉਦਾਂ ਦਾ ਇਹਨਾਂ ਨੇ ਕੁਝ ਰੋਲ ਕਰਿਆ, ਹਰ ਬੰਦੇ ਨੂੰ ਲਾਲਚ ਦੇ ਕੇ ਕੋਈ ਵਿਜ਼ਨ ਨਹੀਂ ਦਿੰਦੇ ਕਿ ਅਸੀਂ ਡਿਵੈਲਪਮੈਂਟ ਕਿੱਦਾਂ ਕਰਾਂਗੇ। ਪੋਲੀਟੀਕਲ ਪਾਰਟੀਆਂ ਨੂੰ ਮੇਰਾ ਵੀ ਇਹ ਮੰਨਣਾ ਹੈ, ਮੇਰਾ ਪਰਸਨਲ ਮੰਨਣਾ ਹੈ ਕਿ ਹੁਣ ਤਾਂ ਵਿਜ਼ਨ ਕੰਮ ਹੋਣਾ ਚਾਹੀਦਾ। ਲੋਕਾਂ ਨੂੰ ਫ੍ਰੀ ਵਾਲੇ ਰਸਤੇ 'ਚ ਨਾ ਲਗਾ ਕੇ ਡਿਵੈਲਪਮੈਂਟ ਵਾਲੇ ਰਸਤੇ 'ਚ ਲਗਾਉਣਾ ਚਾਹੀਦਾ। ਜਿੱਦਾਂ ਮੋਦੀ ਜੀ ਨੇ ਆਪਣੀ ਡਿਵੈਲਪਮੈਂਟ ਕਰਕੇ ਦਿਖਾਈ ਹੈ, ਉਸ ਰਸਤੇ ਤੇ ਚੱਲਣਾ ਚਾਹੀਦਾ। ਜਿੱਦਾਂ ਲੋਕਾਂ ਨੂੰ ਰੋਜ਼ਗਾਰ ਦੀ ਗੱਲ ਕਰਕੇ ਸ਼ੁਰੂ ਕਰਕੇ, ਜਿੱਦਾਂ ਸਵੈ ਰੋਜ਼ਗਾਰ ਬਣਾ ਕੇ ਜਾਂ ਇੰਡਸਟਰੀ ਲਗਾ ਕੇ ਜਿੱਦਾਂ ਦਾ ਅੱਜ ਇੱਕ ਵਿਜ਼ਨ ਦੇਣ ਦੀ ਕੋਸ਼ਿਸ਼ ਕੀਤੀ ਮੋਦੀ ਜੀ ਨੇ, ਫ੍ਰੀ ਤੋਂ ਹਟ ਕੇ ਕੁਝ ਕੰਮ ਕਰਨਾ ਚਾਹੀਦਾ। ਹਰ ਚੀਜ਼ ਫ੍ਰੀ ਦੇਵਾਂਗੇ, ਬਿਜਲੀ ਫ੍ਰੀ ਦੇਵਾਂਗੇ, ਪਾਣੀ ਫ੍ਰੀ ਦੇਵਾਂਗੇ, ਸਭ ਕੁਝ ਫ੍ਰੀ ਦੇਵਾਂਗੇ, ਕਹਿਣਾ ਚਾਹੀਦਾ ਨੌਕਰੀਆਂ ਦੇਵਾਂਗੇ। ਨਹੀਂ ਅਰੋੜਾ ਸਾਹਿਬ, ਤੁਹਾਨੂੰ ਨਹੀਂ ਲੱਗਦਾ ਇਸੇ ਫ੍ਰੀ ਵਾਲੇ ਮਸਲੇ ਦੇ ਉੱਪਰ ਚੰਡੀਗੜ੍ਹ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਨੂੰ ਮੋਹਰ ਲਾਤੀ ਹੈ? ਹੋ ਸਕਦਾ ਜੀ ਇਸ ਚੀਜ਼ ਤੇ ਇਹਨਾਂ ਦਾ ਪੈਤਰਾ ਸਫਲ ਰਿਹਾ ਹੋਵੇ, ਪਰ ਇਹ ਐਡੀ ਵੱਡੀ ਸਫਲਤਾ ਨਹੀਂ ਹੈਗੀ ਹੈ ਕਿ ਜਿਹਦੇ ਚ ਆਪਾਂ ਇਹਨਾਂ ਨੂੰ ਸ਼ਾਬਾਸ਼ੀ ਦਈਏ। ਕੁਝ ਜਗ੍ਹਾ ਤੇ ਕਾਮਯਾਬ ਹੋ ਗਏ ਆ ਕੁਝ ਸੀਟਾਂ ਤੇ, ਪਰ ਆਉਣ ਵਾਲੇ ਟਾਈਮ 'ਚ ਇਹਨਾਂ ਦਾ ਸਭ ਪਤਾ ਲੱਗ ਜਾਣਾ ਕਰ ਕਿੱਦਾਂ ਪਾਣਗੇ। ਸਰਕਾਰ ਤੇ ਇਹਨਾਂ ਦੀ ਬਣਦੀ ਨਹੀਂ ਹੈ। ਠੀਕ ਹੈ ਹਰਪ੍ਰੀਤ ਜੀ, ਤੁਹਾਨੂੰ ਵੀ ਇਹੀ ਲੱਗਦਾ ਜੋ ਅਰੋੜਾ ਸਾਹਿਬ ਕਹਿ ਰਹੇ ਨੇ ਕਿ ਫ੍ਰੀ ਵਾਲੇ ਵਾਅਦੇ ਨੇ ਜਿਹੜੇ ਉਹ ਆਮ ਆਦਮੀ ਪਾਰਟੀ ਕਰ ਰਹੀ ਹੈ? ਪੰਜਾਬ ਦੇ ਵਿੱਚ ਵੀ ਬੜੇ ਐਲਾਨ ਕੀਤੇ ਨੇ, ਮਹਿਲਾਵਾਂ ਨੂੰ 1000 ਰੁਪਇਆ ਮਹੀਨਾ ਦੇਣ ਦੀ ਗੱਲ ਆਮ ਆਦਮੀ ਪਾਰਟੀ ਕਹਿ ਰਹੀ ਹੈ। ਉਹੀ ਐਲਾਨ ਜਿਹੜੇ ਨੇ ਗੋਆ ਦੇ ਵਿੱਚ ਵੀ ਕੀਤੇ ਨੇ, 2500 ਰੁਪਇਆ ਮਹੀਨਾ, ਔਰ ਇਸ ਦੇ ਨਾਲ ਹੀ ਅਧਿਆਪਕਾਂ ਨੂੰ ਪੱਕੇ ਕਰਨ ਦਾ ਵਾਅਦਾ, ਹੋਰ ਕਾਫੀ ਚੀਜ਼ਾਂ ਦੇ, ਬਿਜਲੀ ਮੁਫਤ ਕਰਨ ਦਾ ਵਾਅਦਾ। ਗੋਆ 'ਚ 1000 ਰੁਪਏ ਦੇਣ ਦਾ ਵਾਅਦਾ ਕਰਤਾ, ਪੰਜਾਬ 'ਚ 1000 ਰੁਪਏ ਦੇਣ ਦਾ ਵਾਅਦਾ ਕਰਤਾ, ਪਰ ਦਿੱਲੀ ਦੀ ਮਹਿਲਾਵਾਂ ਕੋਈ ਦੋਸ਼ੀ ਥੋੜਾ ਜਿਹੜੇ ਇਹਨਾਂ ਨੂੰ ਚੁੱਕ ਕੇ ਲੈ ਗਈਆਂ, ਉਹਨਾਂ ਨੂੰ ਤਾਂ ਦਿੱਤਾ ਨਹੀਂ ਇਹਨਾਂ ਨੇ। ਜੀ ਜੀ ਹਰਪ੍ਰੀਤ ਜੀ ਕਰ ਸਕਦੇ ਉੱਥੇ ਜਾ ਕੇ ਵਾਅਦਾ ਕਰ ਦਿੰਦੇ ਆ। ਹਰਪ੍ਰੀਤ ਜੀ, ਤੁਹਾਨੂੰ ਵੀ ਇਹੀ ਲੱਗਦਾ ਕਿ ਚੰਡੀਗੜ੍ਹ ਦੇ ਵਿੱਚ ਕਿਤੇ ਨਾ ਕਿਤੇ ਜੋ ਆਮ ਆਦਮੀ ਪਾਰਟੀ ਦਾ ਇਹੀ ਕਾਰਡ ਜਿਹੜਾ ਉਹ ਸਫਲ ਰਿਹਾ? ਮੈਨੂੰ ਵੀ ਲੱਗਦਾ ਹੈ ਜੀ, ਲੋਕਾਂ ਨੂੰ ਬਹੁਤ ਲੁਭਾਇਆ ਗਿਆ ਕਿ ਬਿਜਲੀ ਫ੍ਰੀ, ਪਾਣੀ ਫ੍ਰੀ ਜਿਵੇਂ ਦਿੱਲੀ ਦੇ ਵਿੱਚ ਹੁੰਦਾ ਸੀ, ਔਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਵੋਟਰ ਐਨ ਚੀਜ਼ਾਂ ਨਾਲ ਇੰਪੈਕਟ ਜ਼ਰੂਰ ਪਿਆ ਇਸ ਚੀਜ਼ ਦਾ। ਪਰ ਆਪਾਂ ਅੱਗੇ ਦੇਖਣਾ ਹੈ ਜੀ ਕਿਤੇ ਕਿੰਨੀ ਹੱਦ ਤੱਕ ਇਹ ਚੀਜ਼ ਫ੍ਰੀ ਕਰ ਪਾਣਗੇ ਔਰ ਕਿੱਦਾਂ ਕਰਨਗੇ, ਇਹ ਵੀ ਦੇਖਣਾ ਪਏਗਾ। ਇਹ ਵੀ ਇੱਕ ਸੋਚਣ ਦਾ ਬੜਾ ਵੱਡਾ ਮੁੱਦਾ ਹੈ। ਠੀਕ ਹੈ ਜਸਕਰਨ ਜੀ, ਜਿਵੇਂ ਦੋਨੋਂ ਪੈਨਲਿਸਟ ਬੀਜੇਪੀ ਔਰ ਜੋ ਕਾਂਗਰਸ ਦੇ ਵੀ ਬੁਲਾਰੇ ਕਹਿ ਰਹੇ ਨੇ ਕਿ ਜਿਹੜੇ ਤੁਸੀਂ ਲੋਕ ਲੁਭਾਵਨੇ ਵਾਅਦੇ ਕਰ ਰਹੇ ਹੋ, ਕਿਤੇ ਨਾ ਕਿਤੇ ਉਹ ਅਟਰੈਕਸ਼ਨ ਦਾ ਜਿਹੜਾ ਕੇਂਦਰ ਬਣੇ ਹੋਏ ਨੇ, ਕਿਉਂਕਿ ਆਮ ਆਦਮੀ ਪਾਰਟੀ ਫ੍ਰੀ ਦੀ ਗੱਲ ਕਰਦੀ ਹੈ ਜਾਂ ਮਹਿਲਾਵਾਂ ਨੂੰ ਪੈਸੇ ਦੇਣ ਦੀ ਗੱਲ ਕਰਦੀ ਹੈ। ਅਦਰਵਾਈਜ਼ ਜਿਹੜੀ ਕੋਈ ਠੋਸ ਰਣਨੀਤੀ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦੀ ਨਹੀਂ ਹੈ, ਮਤਲਬ ਉਹਨਾਂ ਦਾ ਸਾਫ਼ ਤੌਰ ਤੇ ਇਹ ਗੱਲ ਕਹਿ ਰਹੇ ਨੇ। ਉਹਦੇ 'ਚ ਵੀ ਜੀ ਤਿੰਨ ਨੁਕਤੇ ਸਾਡੇ ਸਤਿਕਾਰਯੋਗ ਬੁਲਾਰੇ ਸਾਹਿਬਾਨ ਨੇ ਕੀਤੇ ਉਠਾਏ ਨੇ। ਉਹਦੇ 'ਚ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਜਿਹੜੇ ਫ੍ਰੀ ਦੇ ਅਸੀਂ ਲੋਕਾਂ ਨੂੰ ਵਾਅਦੇ ਕਰ ਰਹੇ ਹਾਂ, ਅਸੀਂ ਐਲਾਨ ਨਹੀਂ ਕਰ ਰਹੇ, ਅਸੀਂ ਵਾਅਦੇ ਕਰ ਰਹੇ ਹਾਂ, ਉਹ
ਲੋਕਾਂ ਦੇ ਪੈਸੇ ਨੇ, ਜੇ ਸਟੇਟ ਦੇ ਕੋਲ ਪੈਸੇ ਹੈਗੇ ਐਨਫ ਹੈਗਾ ਤੇ ਲੋਕਾਂ ਨੂੰ ਫ੍ਰੀ ਦੇ ਚੀਜ਼ਾਂ ਦੇਣੀਆਂ ਗੁਨਾਹ ਨਹੀਂ, ਬਲਕਿ ਹਰ ਵੈਲਫੇਅਰ ਸਟੇਟ ਦਾ ਫਰਜ਼ ਬਣਦਾ ਹੈਗਾ। ਦੂਸਰੀ ਤੁਸੀਂ ਗੱਲ ਕੀਤੀ ਹੈ ਕਿ ਪੈਸੇ ਕਿੱਥੋਂ ਆਣਗੇ, ਸਾਡੇ ਕੋਲ ਬਲੂਪ੍ਰਿੰਟ ਵੀ ਹੈ, ਸਾਡੇ ਕੋਲ ਪੂਰੀ ਪਲੈਨਿੰਗ ਵੀ ਹੈ, ਦਿੱਲੀ 'ਚ ਅਸੀਂ ਕਰਕੇ ਦਿਖਾਈ ਹੈ ਲੋਕਾਂ ਨੂੰ ਜਿਹੜੇ ਅਸੀਂ ਵਾਅਦੇ ਕੀਤੇ ਸੀਗੇ ਕਿ ਬਿਜਲੀ ਫ੍ਰੀ ਦੇਵਾਂਗੇ, ਪਾਣੀ ਫ੍ਰੀ ਦੇਵਾਂਗੇ, ਜਿਹੜੀ ਸਰਵਿਸਿਜ਼ ਜਿਹੜੀ ਫ੍ਰੀ ਦੇਵਾਂਗੇ, ਉਹਦੇ ਲਈ ਪੈਸੇ ਕਿੱਥੋਂ ਆਏਗੇ। ਅਸੀਂ ਕਦੀ ਕਿਸੇ ਨੇ ਅੱਜ ਤੱਕ ਇਹ ਸੁਣਿਆ ਕਿ ਅਰਵਿੰਦ ਕੇਜਰੀਵਾਲ ਨੇ ਹੱਥ ਫੈਲਾਏ ਹੁਣ ਕੇਂਦਰ ਸਰਕਾਰ ਦੇ ਗਾੜੀ ਕਿ ਸਾਨੂੰ ਪੈਸੇ ਦਿਓ। ਹਾਲਾਂਕਿ ਜਦੋਂ ਅਸੀਂ ਸੱਤਾ 'ਚ ਪਹਿਲੀ ਵਾਰ ਆਏ ਸੀਗੇ, ਬੇਨਤੀ ਸੁਣ ਲਓ ਸਰ, ਬੇਨਤੀ ਸੁਣ ਲਓ ਸਾਡੇ ਕੋਲ ਜਦੋਂ ਸਰ ਬੇਨਤੀ ਸੁਣ ਲਓ ਸਰ, ਤੁਹਾਡਾ ਸਵਾਲ ਹੈ ਕਿ ਮੈਨੂੰ ਬੇਨਤੀ ਸੁਣੋ। ਜਦੋਂ ਅਸੀਂ ਸੱਤਾ 'ਚ ਆਏ ਸੀਗੇ ਪਹਿਲੀ ਵਾਰ, 49 ਦਿਨ ਦੀ ਸਰਕਾਰ ਸੀਗੀ ਔਰ ਬਹੁਤ ਵੱਡੇ ਘਾਟੇ ਸੀਗੀ। ਅੱਜ ਦੀ ਡੇਟ ਦੇ ਵਿੱਚ ਦਿੱਲੀ ਸਰਕਾਰ ਲੋਕਾਂ ਨੂੰ ਫ੍ਰੀ ਸਰਵਿਸਿਜ਼ ਦੇ ਕੇ, ਇੰਨਾ ਕੁਝ ਫ੍ਰੀ ਦੇ ਕੇ ਵੀ ਪ੍ਰੋਫਿਟ ਚੱਲ ਰਹੀ ਆ। ਵਾਹਿਦ ਇੱਕ ਸਰਕਾਰ ਹੈ ਹਿੰਦੁਸਤਾਨ ਅੰਦਰ ਜਿਹੜੀ ਵਾਅਦੇ ਪੂਰੇ ਕਰਕੇ ਵੀ ਪ੍ਰੋਫਿਟ ਚੱਲ ਰਹੀ ਆ। ਅਸੀਂ ਸਾਡੇ ਕੋਲ ਪੈਸੇ ਕਿੱਥੋਂ ਆਉਂਦੇ ਆ, ਪੈਸੇ ਕਿੱਥੋਂ? ਅਸੀਂ ਹਰ ਤਰ੍ਹਾਂ ਦੀ, ਸਭ ਤੋਂ ਪਹਿਲਾਂ ਅਸੀਂ ਕਰਪਸ਼ਨ ਰੋਕਦੇ ਆ, ਹਰ ਤਰ੍ਹਾਂ ਦਾ ਮਾਫੀਆ ਰਾਜ ਰੋਕਦੇ ਆ। ਸਾਨੂੰ ਤਾਂ ਇਹ ਤੁਸੀਂ ਸਾਰੇ ਜਾਣਦੇ ਹੋ ਕਿ 100 ਰੁਪਏ ਉੱਪਰੋਂ ਆਉਂਦਾ, ਨੀਚੇ ਜਾਂਦੇ ਤੱਕ 10 ਰੁਪਏ ਰਹਿ ਜਾਂਦੇ ਆ। ਉਹ 90 ਰੁਪਏ ਜਿਹੜੇ 90 ਰੁਪਏ ਮਾਫੀਆ ਔਰ ਕਰਪਟ ਲੀਡਰਾਂ ਦੀ ਜੇਬ 'ਚ ਜਾਂਦੇ ਆ, ਅਸੀਂ ਉਹ ਰੋਕ ਕੇ ਉੱਥੋਂ ਅਸੀਂ ਲੋਕਾਂ ਦੀ ਜੇਬਾਂ 'ਚ ਪਾਉਣਾ ਚਾਹੁੰਦੇ ਆ। ਅਸੀਂ ਲੋਕਾਂ ਨੂੰ ਸੇਵਾਵਾਂ ਦੇਣਾ ਚਾਹੁੰਦੇ ਆ। ਅਸੀਂ ਲੋਕਾਂ ਨੂੰ ਸੇਵਾਵਾਂ ਦਿੱਲੀ 'ਚ ਦੇ ਰਹੇ ਆ। ਉਹ ਜਿਹੜੇ ਲੀਡਰਸ਼ਿਪ ਮਾਫੀਆ ਜੀ ਬਿਜਲੀ ਪਾਣੀ ਕਾਰਪੋਰੇਸ਼ਨ ਦੇ ਵਿੱਚ ਨਹੀਂ ਆਉਂਦਾ, ਤੁਸੀਂ ਕਿਸ ਬਿਹਾਫ ਤੇ ਕਹਿ ਵਾਅਦੇ ਲੈ ਰਹੇ ਹੋ ਲੋਕਾਂ ਕੋਲੋਂ ਕਿ ਅਸੀਂ ਬਿਜਲੀ ਪਾਣੀ ਫ੍ਰੀ ਦੇ ਰਹੇ ਹਾਂ? ਸਤਿਕਾਰਯੋਗ ਭੈਣ ਜੀ, ਫਿਰ ਤੁਸੀਂ ਦੁਬਾਰਾ ਰਿਵਿਊ ਕਰਿਓ, ਜਾਣਕਾਰੀ ਇਕੱਠੀ ਕਰਿਓ। ਦਿੱਲੀ ਦੇ ਵਿੱਚ ਦਿੱਲੀ ਜਲ ਬੋਰਡ ਜਿਹੜਾ ਦਿੱਲੀ ਸਰਕਾਰ ਦੇ ਅੰਦਰ ਹੈਗਾ, ਪਲੀਜ਼ ਮੈਂ ਦੂਸਰੀ ਬੇਨਤੀ ਹੈ, ਜਦ ਤੱਕ ਤੁਸੀਂ ਕਰਪਟ ਸਿਸਟਮ ਤੇ ਨਕੇਲ ਨਹੀਂ ਪਾਉਂਦੇ, ਮਾਫੀਆ ਤੇ ਨਕੇਲ ਨਹੀਂ ਪਾਉਂਦੇ, ਤੁਸੀਂ ਇਹ ਵਾਅਦੇ ਕੇਵਲ ਹੋ ਜਾਂਦੇ ਆ। ਅਸੀਂ ਕਰਕੇ ਦਿਖਾਉਂਦੇ ਆ ਕਿਉਂਕਿ ਅਸੀਂ ਮਾਫੀਆ ਔਰ ਕਰਪਸ਼ਨ ਤੇ ਕੰਟਰੋਲ ਕਰਨਾ ਚਾਹੁੰਦੇ ਆ, ਜਾਣਦੇ ਆ। ਕਾਰਪੋਰੇਸ਼ਨ ਨਗਰ ਨਿਗਮ ਪੰਜਾਬ ਔਰ ਤੀਸਰੀ ਗੱਲ ਔਰ ਉਸ ਐਕਟ ਕਹਿੰਦੀ ਹੈ ਕਿ ਆਪਾਂ ਬਿਜਲੀ ਪਾਣੀ ਵਾਲੇ ਮੁੱਦੇ ਨੂੰ ਅਸੀਂ ਆਪਾਂ ਫ੍ਰੀ ਨਹੀਂ ਦੇ ਸਕਦੇ। ਭੈਣ ਜੀ ਬਲੂਪ੍ਰਿੰਟ ਸਾਡੇ ਕੋਲ ਰੈਡੀ ਹੈ ਜੀ। ਦੇਸ਼ ਦੇ ਲੋਕ ਬੜੇ ਜਾਗਰੂਕ ਹੋ ਰਹੇ। ਬਲੂਪ੍ਰਿੰਟ ਕੀ ਕਰੇਗਾ ਜੀ ਜਦੋਂ ਤੁਹਾਡੇ ਪੰਜਾਬ ਦੇਸ਼ ਦੇ ਲੋਕਾਂ ਕੋਲ ਦੁਨੀਆ ਦਾ ਅੱਛਾ ਅਰੋੜਾ ਸਾਹਿਬ, ਮੈਂ ਠੀਕ ਹੈ ਜਸਕਰਨ ਜੀ, ਤੁਹਾਡਾ ਪੁਆਇੰਟ ਆ ਗਿਆ। ਅਰੋੜਾ ਮਾਫ ਕਰਨਾ, ਤੁਹਾਡੀ ਆਵਾਜ਼ ਜ਼ਿਆਦਾ ਆਉਂਦੀ ਹੈ ਮੈਨੂੰ, ਮੈਂ ਕਨਫਿਊਜ਼ ਹੋ ਜਾਂਦਾ ਕਿਉਂਕਿ ਤੁਹਾਡੀ ਆਵਾਜ਼ ਮੇਰੇ ਕੰਨਾਂ 'ਚ ਗੂੰਜੀ ਜਾਂਦੀ ਹੈ। ਬੇਨਤੀ ਹੈ ਵੀ ਜਦੋਂ ਤੁਸੀਂ ਬੋਲਦੇ ਹੋ ਠੀਕ ਹੈ, ਤੁਸੀਂ ਕੰਪਲੀਟ ਜਸਕਰਨ ਜੀ ਤੁਸੀਂ ਕੰਪਲੀਟ ਕਰ ਲਓ 30 ਸੈਕਿੰਡ, ਫਿਰ ਮੈਂ ਅਰੋੜਾ ਸਾਹਿਬ ਕੋਲ ਆਉਂਗਾ। ਅਰੋੜਾ ਸਾਹਿਬ ਕੰਪਲੀਟ ਕਰ ਲੈਣ ਦਿਓ, ਫਿਰ ਮੈਂ ਤੁਹਾਡੇ ਕੋਲ ਆਉਂਗਾ। ਬਹੁਤ ਜ਼ਿਆਦਾ ਆਵਾਜ਼ ਆਉਂਦੀ ਹੈ ਮੇਰੇ ਕੰਨਾਂ 'ਚ, ਮੈਨੂੰ ਫਿਰ ਮਾਈਕ ਸੁਣਾਉਣਾ ਪਊਗਾ। ਉਹਦੇ 'ਚ ਮੋਟਾ ਜੇ ਹੈਗਾ, ਜਿਹੜੀ ਨਿਜ਼ਾਮ, ਜਿਹੜੀ ਸਰਕਾਰ ਮਾਫੀਆ ਔਰ ਕਰਪਸ਼ਨ ਤੇ ਕੰਟਰੋਲ ਕਰ ਲੈਂਦੀ ਆ, 500 ਰੁਪਏ ਵਾਲੀ ਚੀਜ਼ ਜਿਹਦੀ ਅਸਲ ਕੀਮਤ 200 ਰੁਪਏ ਹੁੰਦੀ ਹੈ, 300 ਰੁਪਏ ਲੀਡਰਾਂ ਔਰ ਅਫਸਰਾਂ ਦੀ ਜੇਬ 'ਚ ਜਾਂਦਾ, ਅਸੀਂ ਉਹ ਰੋਕ ਕੇ ਉਹ 300 ਰੁਪਏ ਜਿਹੜਾ ਲੋਕਾਂ ਨੂੰ ਦੇਣੇ ਆ, ਲੋਕਾਂ ਨੂੰ ਸਰਵਿਸ ਦੇਣੇ ਆ। ਦਿੱਲੀ ਤੁਹਾਨੂੰ ਇੱਕ ਹੋਰ ਦੀ ਐਗਜ਼ਾਮਪਲ ਤੁਸੀਂ ਸੁਣੀ ਹੋਏਗੀ, 500 ਕਰੋੜ ਦਾ ਪ੍ਰੋਜੈਕਟ 300 ਕਰੋੜ 'ਚ ਅਸੀਂ ਨਿਪਟਾਤਾ, 200 ਕਰੋੜ ਦਾ ਅਸੀਂ ਮਹਿਲਾਵਾਂ ਨੂੰ ਬੱਸਾਂ 'ਚ ਫ੍ਰੀ ਜਿਹੜਾ ਉਹ ਟਰੈਵਲਿੰਗ ਦਾ ਉਹ ਦੇਤਾ ਹੈਗਾ। ਇਹ ਸਾਡੇ ਕੋਲ ਹੈਗਾ। 20,000 ਕਰੋੜ ਦੀ ਪੰਜਾਬ 'ਚ ਕਰਪਸ਼ਨ ਹੈ ਇਕੱਲੇ ਰੇਤ ਦੀ। ਇਹ ਹੈ, ਅਸੀਂ ਨਹੀਂ ਕਹਿ ਰਹੇ, ਕਾਂਗਰਸ ਪਾਰਟੀ ਸੱਤਾਧਾਰੀ ਪਾਰਟੀ ਵੀ ਕਹਿ ਰਹੀ ਹੈ, ਨਵਜੋਤ ਸਿੰਘ ਸਿੱਧੂ ਲਗਾਤਾਰ ਕਹਿ ਰਹੇ ਨੇ। ਠੀਕ ਹੈ ਨਕੇਲ ਪਾਉਣੀ ਆ ਉਹਨਾਂ ਦੇ ਵਿੱਚ, ਉਹ ਨੱਥ ਪਾਉਣੀ ਹੈਗੀ ਕਰਪਸ਼ਨ ਨੂੰ, ਕਿਤੋਂ ਦੇ ਪੈਸੇ ਅਸੀਂ ਕਮਾਉਣੇ ਹੈਗੇ ਆ ਜੀ। ਠੀਕ ਹੈ ਜਸਕਰਨ ਜੀ, ਤੁਹਾਡੀ ਗੱਲ ਆ ਗਈ ਕਿ ਤੁਸੀਂ ਦਿੱਲੀ ਦੇ ਵਿੱਚ ਮਹਿਲਾਵਾਂ ਨੂੰ ਸਫ਼ਰ ਫ੍ਰੀ ਕੀਤਾ ਔਰ ਬਾਕੀ ਚੀਜ਼ਾਂ ਬਿਜਲੀ ਦਾ ਕੀਤਾ, ਇਸ ਕਰਕੇ ਜਿਹੜਾ ਤੁਹਾਨੂੰ ਮੈਂਡੇਟ ਮਿਲਿਆ ਹੈ ਔਰ ਜੋ ਚੋਣਾਂ ਦੇ ਵਿੱਚ ਤੁਹਾਨੂੰ ਸੀਟਾਂ ਮਿਲੀਆਂ ਨੇ। ਅਰੋੜਾ ਸਾਹਿਬ, ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਇੱਕ ਬੜਾ ਗਿਲਾ ਕਰਦੀ ਹੈ ਕੇਂਦਰ ਦੇ ਨਾਲ ਕਿ ਦਿੱਲੀ ਦੇ ਵਿੱਚ ਕਿਉਂਕਿ ਐਲਜੀ ਹੁੰਦੇ ਨੇ ਤਾਂ ਇਸ ਕਰਕੇ ਕਈ ਫੈਸਲੇ ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ 'ਚ ਲੈ ਨਹੀਂ ਪਾਉਂਦੀ। ਹੁਣ ਚੰਡੀਗੜ੍ਹ ਦੇ ਵਿੱਚ ਅਗਰ ਕਿਉਂਕਿ ਪ੍ਰਸ਼ਾਸਕ ਨੇ ਜਿਹੜੇ ਉਹ ਗਵਰਨਰ ਹੋਣਗੇ ਤਾਂ ਕਿ ਚੰਡੀਗੜ੍ਹ ਦੇ ਵਿੱਚ ਵੀ ਹੁਣ ਆਮ ਆਦਮੀ ਦਾ ਅਗਰ ਜੋ ਆਮ ਆਦਮੀ ਪਾਰਟੀ ਦਾ ਮੇਅਰ ਬਣਦਾ ਹੈ, ਅਗਰ ਕਿਉਂਕਿ ਉਹ ਕੰਡੀਸ਼ਨ ਹਾਲੇ ਬਣੀ ਨਹੀਂ ਹੈ, ਅਗਰ ਬਣਦਾ ਹੈ ਤਾਂ ਕਿ ਚੰਡੀਗੜ੍ਹ ਦੇ ਵਿੱਚ ਵੀ ਆਮ ਆਦਮੀ ਪਾਰਟੀ ਦਾ ਉਹ ਗਿਲਾ ਰਹਿ ਸਕਦਾ ਹੈ। सर ये बहानेबाज है, जो किया वो हमने कर दिया, जो नहीं हो पाया वो सरकार ने नहीं करने दिया। ये इन्हां दा बड़ा क्लियर फंडा हैगा जी। इन्हां कोल कोई पिक्चर नहीं है। ये 20,000 लीटर पानी फ्री पानी दे ऊपर ये इलेक्शन लड़े है, जिहदी चंडीगढ़ कॉरपोरेशन ऑलरेडी सिर्फ 40 रुपये लेंदी है। जे महीने की गल करिए तो 20 रुपये महीना आता जी बिल। ये उहदे ते झूठ बोल के तो इलेक्शन लड़े है।
ਮੈਂ ਇਹਨਾਂ ਨੂੰ ਸਵਾਲ ਕੀਤਾ ਸੀ, ਤੁਸੀਂ ਪੰਜਾਬ 'ਚ, ਗੋਆ 'ਚ, ਉੱਤਰਾਖੰਡ 'ਚ, ਯੂਪੀ 'ਚ ਜਾ ਕੇ ਕਹਿ ਰਹੇ ਹੋ ਕਿ 1000 ਰੁਪਏ ਮਹਿਲਾਵਾਂ ਨੂੰ ਫ੍ਰੀ ਦੇਵਾਂਗੇ, ਤੁਸੀਂ ਦਿੱਲੀ ਵਾਲੀ ਮਹਿਲਾਵਾਂ ਨੇ ਵਿਚਾਰਿਆਂ ਨੇ ਕੀ ਕਰਿਆ? ਅਰੋੜਾ ਸਾਹਿਬ, ਸਾਡੀਆਂ ਫਾਈਲਾਂ ਜਿਹੜੀਆਂ ਐਲਜੀ ਕੋਲ ਪਈਆਂ ਵਾ, ਜੇ ਤੁਹਾਡੀ ਚੱਲਦੀ ਹੈਗੀ ਹੈ ਕਲੀਅਰ ਕਰਾ ਦਿਓ। ਅਸੀਂ ਸੁਪਰੀਮ ਕੋਰਟ ਜਾ ਕੇ ਲੜ ਰਹੇ ਹਾਂ। ਅਸੀਂ ਸੁਪਰੀਮ ਕੋਰਟ 'ਚ ਆਪਣੇ ਬਿੱਲ, ਆਪਣੇ ਬਹੁਮਤ ਨਾਲ ਪਾਸ ਕਰਾਏ ਹੋਏ ਬਿੱਲ, ਲੋਕਤੰਤਰੀ ਤਰੀਕੇ ਨਾਲ ਪਾਸ ਕਰਾਏ ਹੋਏ ਬਿੱਲ ਜਿਹੜੇ ਐਲਜੀ ਦੱਬ ਕੇ ਬੈਠੇ ਹੈ ਕਿ ਅਸੀਂ ਸਾਡੇ ਚੀਫ ਮਿਨਿਸਟਰ ਨੂੰ ਐਲਜੀ ਦੇ ਘਰ ਧਰਨਾ ਮਾਰਨਾ ਪੈਂਦਾ 5-5 ਦਿਨ ਲਈ, ਕਦੀ ਸਾਨੂੰ ਸੁਪਰੀਮ ਕੋਰਟ ਜਾਣਾ ਪੈਂਦਾ ਵਾ ਆਪਣੇ ਸਿਰਫ ਆਪਣੇ ਕਿਸੇ ਸਰਕਾਰ ਦੇ ਬਹੁਮਤ ਨਾਲ ਪਾਸ ਕੀਤੇ ਹੋਏ ਬਿੱਲ ਰੋਕਣ ਦਾ ਅਧਿਕਾਰ ਕਿਸ ਨੂੰ ਹੈਗਾ? ਗਵਰਨਰ ਨੂੰ। ਸਾਡੀਆਂ ਸ਼ਕਤੀਆਂ ਕਰ ਦਿੰਦੇ ਆ। ਬੁਰੀ ਤਰ੍ਹਾਂ ਫਜ਼ੀਅਤ ਜਿਹੜੀ ਚੱਲ ਰਹੀ ਹੈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਦਿੱਲੀ ਦੇ ਪਰ ਲੋਕ, ਜੇ ਸਾਡੀ ਨੀਅਤ ਸੱਚੀ ਹੋਏ, ਪਰਮਾਤਮਾ ਹੈਲਪ ਕਰਦਾ, ਸਾਡੀਆਂ ਰੋਕਾਂ ਦੇ ਬਾਵਜੂਦ ਵੀ ਅਸੀਂ ਕੰਮ ਕਰਕੇ ਦਿਖਾ ਰਹੇ ਹਾਂ। ਸਾਡੀਆਂ ਫਾਈਲਾਂ ਠੀਕ ਹੈ ਜਸਕਰਨ ਜੀ, ਆਪਾਂ ਰਿਐਕਸ਼ਨ ਲੈ ਲਈਏ ਅਰੋੜਾ ਸਾਹਿਬ ਦਾ। ਅਰੋੜਾ ਸਾਹਿਬ ਤੁਸੀਂ ਕੰਪਲੀਟ ਕਰ ਲਓ, ਫਿਰ ਮੈਂ ਜਸਕਰਨ ਜੀ ਤੁਹਾਡੇ ਕੋਲ ਆਉਂਗਾ। ਵੀ ਐਲਜੀ ਕੋਲ ਕਿਹੜੀ ਪਾਵਰ ਹੈ ਤੇ ਸੀਐਮ ਕੋਲ ਕਿਹੜੀ ਪਾਵਰ ਹੈ, ਤੇ ਫਿਰ ਤੁਸੀਂ ਕਾਹਨੂੰ ਝੂਠੇ ਵਾਅਦੇ ਕਰਕੇ ਲੋਕਾਂ ਨੂੰ, ਜਿਹੜੀ ਸੀਐਮ ਦੀ ਪਾਵਰ ਹੀ ਨਹੀਂ ਹੈ ਉਹਦੇ ਕਰਕੇ ਤੁਸੀਂ ਜੇ ਕਿਤੇ ਜਾਓਗੇ, ਕੱਲ ਨੂੰ ਤੁਸੀਂ ਪੀਐਮ ਦੀ ਪਾਵਰ ਵੀ ਮੰਗੋਗੇ, ਕੱਲ ਨੂੰ ਤੁਸੀਂ ਫਿਰ ਰਾਸ਼ਟਰਪਤੀ ਦੀ ਪਾਵਰ ਮੰਗੋਗੇ। ਤੁਸੀਂ ਕੇਸ ਲਗਾਉਣ ਨੂੰ ਕੀ ਟਾਈਮ ਲੱਗਦਾ? ਸੀਐਮ ਸਾਹਿਬ ਤੁਹਾਡੇ ਕੇਜਰੀਵਾਲ ਸਾਹਿਬ ਬਾਰ-ਬਾਰ ਮਾਫੀ ਵੀ ਮੰਗ ਲੈਂਦੇ ਆ, ਪਹਿਲਾਂ ਕੇਸ ਲਗਾਉਂਦੇ ਆ, ਫਿਰ 6 ਵਾਰ ਮਾਫੀ ਵੀ ਮੰਗ ਚੁੱਕੇ ਆ, ਕੱਲ ਨੂੰ ਫਿਰ ਮਾਫੀ ਮੰਗ ਲੈਣਗੇ, ਕੀ ਪਤਾ ਲੱਗਦਾ ਸਰ? ਜਿਹੜੀ ਪਾਵਰ ਚ ਹੈ ਹੀ ਨਹੀਂ ਸੀਐਮ ਦੇ, ਦਿੱਲੀ ਦੇ ਸੀਐਮ ਸਾਹਿਬ ਦੇ, ਤੁਸੀਂ ਉਹਨਾਂ ਚੀਜ਼ਾਂ ਦੇ ਵਾਅਦੇ ਕਰਤੇ। ਜਿਹੜੀ ਚੰਡੀਗੜ੍ਹ ਚ ਤੁਹਾਡੇ ਕੋਲ ਪਾਵਰ ਹੈ ਨਹੀਂ, ਉਹਨਾਂ ਚੀਜ਼ਾਂ ਦੇ ਤੁਸੀਂ ਵਾਅਦੇ ਕਰੀ ਜਾਂਦੇ ਹੋ। ਹੁਣ ਹਰਪ੍ਰੀਤ ਭੈਣ ਜੀ ਬੜੀ ਠੀਕ ਗੱਲ ਕਰ ਰਹੇ ਸੀਗੇ, ਬਿਲਕੁਲ ਤੁਹਾਡੇ ਕੋਲ, ਤੁਹਾਨੂੰ ਕਲੀਅਰ ਹੀ ਨਹੀਂ ਹੈਗਾ ਵੀ ਕਿਹੜੀ ਐਮਪੀ ਦੀ ਪਾਵਰ ਹੈ ਤੇ ਕਿਹੜੀ ਸੀਐਮ ਐਮਸੀ ਦੀ ਪਾਵਰ ਹੈ। 117 ਠੀਕ ਹੈ, ਆਪਾਂ ਰਿਐਕਸ਼ਨ ਲੈ ਲਈਏ ਅਰੋੜਾ ਸਾਹਿਬ। ਜਸਕਰਨ ਜੀ ਤੋਂ ਰਿਐਕਸ਼ਨ ਲੈ ਲਈਏ ਆਪਾਂ। ਜਸਕਰਨ ਜੀ, ਇੱਕ ਮੇਰਾ ਵੀ ਸਵਾਲ ਲੈ ਲਓ ਨਾਲ, ਮੈਂ ਵੀ ਇਹੀ ਸਵਾਲ ਤੁਹਾਨੂੰ ਕਰ ਰਿਹਾ ਸੀ ਕਿ ਜਦੋਂ ਦੀ ਪਾਵਰ ਦੀ ਗੱਲ ਆਉਂਦੀ ਹੈ ਤਾਂ ਆਮ ਆਦਮੀ ਪਾਰਟੀ ਕਹਿ ਦਿੰਦੀ ਹੈ ਕਿ ਦਿੱਲੀ 'ਚ ਸਾਡੇ ਕੋਲ ਮੁਕੰਮਲ ਸਰਕਾਰ ਨਹੀਂ ਹੈ, ਐਲਜੀ ਜਿਹੜੀ ਹੈ ਐਲਜੀ ਉਹਨਾਂ ਦੇ ਉੱਪਰ ਬੈਠੇ ਨੇ ਔਰ ਉਹਨਾਂ ਤੋਂ ਕਿਤੇ ਨਾ ਕਿਤੇ ਫੈਸਲੇ ਉੱਤੇ ਰੁਕ ਜਾਂਦੇ ਨੇ। ਤਾਂ ਕੀ ਹੁਣ ਚੰਡੀਗੜ੍ਹ ਦੇ ਵਿੱਚ ਵੀ ਉਹ ਤਾਂ ਨਹੀਂ ਹੋਇਆ? ਕਿਉਂਕਿ ਭਗਵੰਤ ਮਾਨ ਨੂੰ ਅੱਜ ਮੈਂ ਸੁਣ ਰਿਹਾ ਸੀ, ਉਹ ਕਹਿ ਰਹੇ ਸੀ ਕਿ ਜੋ ਪ੍ਰਸ਼ਾਸਨਿਕ ਜੋ ਪੂਰਾ ਕਾਰੋਬਾਰ ਹੈਗਾ ਉਹ ਕਿਤੇ ਨਾ ਕਿਤੇ ਜੋ ਗਵਰਨਰ ਹੈਗੇ ਨੇ ਪੰਜਾਬ ਦੇ, ਉਹਨਾਂ ਦੇ ਕੋਲ ਹੈ ਔਰ ਗਵਰਨਰ ਪੰਜਾਬ ਦੇ ਬੀਜੇਪੀ ਨਾਲ ਐਸੋਸੀਏਟਿਡ ਨੇ। ਇਹ ਗੱਲ ਭਗਵੰਤ ਮਾਨ ਕਹਿ ਰਹੇ ਸੀ। ਹੁਣ ਤੁਸੀਂ ਇਹ ਵੀ ਕਿਤੇ ਚੰਡੀਗੜ੍ਹ ਦੇ ਵਿੱਚ ਬਹਾਨਾ ਤਾਂ ਨਹੀਂ ਲਾਓਗੇ ਕਿ ਚੰਡੀਗੜ੍ਹ ਦੇ ਵਿੱਚ ਜਿਹੜਾ ਉਹ ਤੁਹਾਨੂੰ ਫੈਸਲੇ ਲੈਣ ਦੇ ਵਿੱਚ ਪਰੇਸ਼ਾਨੀ ਆਏਗੀ ਅਗਰ ਤੁਹਾਡੀ ਜਿਹੜਾ ਉਹ ਮੇਅਰ ਚੁਣਿਆ ਜਾਂਦਾ? ਲੋਕਤੰਤਰੀ ਪ੍ਰਣਾਲੀ ਦੇ ਵਿੱਚ ਲੋਕਤੰਤਰ ਦੀਆਂ ਰਵਾਇਤਾਂ ਦਾ ਸਨਮਾਨ ਕਰਨਾ ਹਰ ਲੋਕਤੰਤਰੀ ਪਾਰਟੀ ਔਰ ਸ਼ੁਭ ਸੋਚ ਰੱਖਣ ਵਾਲੀ ਪਾਰਟੀਆਂ ਦਾ ਫਰਜ਼ ਹੁੰਦਾ। ਪਰ ਅਫਸੋਸ ਦੀ ਗੱਲ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਸਰਕਾਰ ਇਹਨਾਂ ਰਵਾਇਤਾਂ ਨੂੰ ਮੰਨਣ ਦੇ ਰੌਂ ਵਿੱਚ ਕਦੀ ਵੀ ਨਹੀਂ ਰਹੀ ਔਰ ਭਾਰਤੀ ਜਨਤਾ ਪਾਰਟੀ ਦੁਆਰਾ ਇਨਡਾਇਰੈਕਟਲੀ ਵਾਇਆ ਐਲਜੀ ਜੋ ਦਿੱਲੀ ਦੀ ਸਰਕਾਰ ਦੇ ਕੰਮਾਂ 'ਚ ਰੁਕਾਵਟ ਪਾਈ ਸੀ, ਉਹ ਸੁਪਰੀਮ ਕੋਰਟ ਤੋਂ ਪਰਮਿਸ਼ਨ ਲੈ ਕੇ ਲੜ ਕੇ ਕੇਸ ਆਪਣੇ ਲੜ ਕੇ ਪਰਮਿਸ਼ਨ ਲੈਂਦੇ ਰਹੇ। ਹਾਲਾਂਕਿ ਵੇਖੋ, ਜਿਹੜੀ ਸਰਕਾਰ ਹੁੰਦੀ ਹੈ ਉਹਦਾ ਕੰਮ ਹੁੰਦਾ ਬਿੱਲ ਬਣਾ ਕੇ ਕਾਨੂੰਨ ਬਣਾਉਣੇ ਔਰ ਗਵਰਨਰ ਨੇ ਸਿਰਫ ਸਹੀ ਮਾਰਨੀ ਹੁੰਦੀ ਹੈ। ਜੇ ਗਵਰਨਰ ਰੋਕ ਕੇ ਬੈਠ ਗਿਆ ਤਾਂ ਫਿਰ ਕੀ ਕਰਨਾ? ਉਹਦਾ ਹੱਲ ਅਸੀਂ ਧਰਨੇ ਮਾਰੇ ਆ ਗਵਰਨਰ ਹਾਊਸ ਜਾ ਕੇ, ਤੁਹਾਨੂੰ ਯਾਦ ਹੋਊਗਾ ਖਬਰਾਂ ਪੜ੍ਹਦੇ ਹੋਣਗੇ, ਅਰੋੜਾ ਸਾਹਿਬ ਸੁਪਰੀਮ ਕੋਰਟ ਤੋਂ ਲਏ ਆ ਔਰ ਜੇ ਚੁਸਤ ਚਲਾਕੀਆਂ ਨਾ ਕੀਤੀਆਂ ਸੀਗੀਆਂ ਤੇ ਦਿੱਲੀ ਦੇ ਲੋਕਾਂ ਨੇ ਉਸ ਦਾ ਜਵਾਬ ਜਾਗ ਹੋ ਰਹੇ ਨੇ। ਲੋਕ ਕਿਸਾਨ ਅੰਦੋਲਨ ਲੋਕਾਂ ਦੀ ਜਾਗਰੂਕਤਾ ਰਾਜਨੀਤਿਕ ਵਧਾਈ ਹੋਈ ਆ ਔਰ ਚੇਤਨਤਾ ਵਧਾਈ ਹੋਈ ਆ। ਲੋਕ ਸਭ ਜਾਣਦੇ ਨੇ ਕਿ ਚੋਰ ਮੋਰੀਆਂ ਰਾਹੀਂ ਕਿਸੇ ਕੰਮ ਕਰਨ ਵਾਲੇ ਬੰਦੇ ਨੂੰ ਰੋਕਿਆ ਕਿੱਦਾਂ ਜਾਂਦਾ ਔਰ ਲੋਕਾਂ ਦਾ ਸਾਥ ਜਦੋਂ ਹੁੰਦਾ ਉਦੋਂ ਪ੍ਰਮਾਤਮਾ ਦਾ ਵੀ ਸਾਥ ਹੁੰਦਾ। ਜੇ ਇਹ ਚੰਡੀਗੜ੍ਹ ਦੇ ਵਿੱਚ ਸਾਨੂੰ ਪੂਰਾ ਯਕੀਨ ਹੈ ਇਸ ਤਰ੍ਹਾਂ ਦੇ ਜ਼ਰੂਰ ਕੁਝ ਕਰਨਗੇ ਤਾਂ ਜੋ ਲੋਕ ਫਿਰ ਜਵਾਬ ਦੇ ਦਿੰਦੇ ਆ। ਇਹਦਾ ਜਵਾਬ ਇਹਨਾਂ ਨੂੰ ਚੰਡੀਗੜ੍ਹ ਵੀ ਮਿਲ ਗਿਆ, ਇਹਨਾਂ ਦਾ ਜਵਾਬ ਦਿੱਲੀ ਦੇ ਵਿੱਚ ਵੀ 3 ਵਾਰ ਮਿਲ ਗਿਆ ਵਾ। ਸੋ ਬੇਨਤੀ ਇਹ ਹੈਗੀ ਆ ਕਿ ਜਿਹਨੂੰ ਲੋਕਾਂ ਨੇ ਵਿਸ਼ਵਾਸ ਕੀਤਾ ਉਹਨੂੰ ਪੂਰਾ ਕੰਮ ਕਰਨ ਦੀ ਖੁੱਲ੍ਹ ਹੋਣੀ ਚਾਹੀਦੀ ਹੈ। ਤਾਂ ਕੋਈ ਆਪਣਾ ਬੈਸਟ ਕਰਕੇ ਵਿਖਾਏ। ਅਗਰ ਉਹ ਨਹੀਂ ਕਰਕੇ ਵਿਖਾਉਂਦਾ ਔਰ ਇਮਾਨਦਾਰੀ ਦਿਆਨਤਦਾਰੀ ਦੇ ਨਾਲ ਅਗਰ ਉਹ ਨਹੀਂ ਚੱਲ ਰਿਹਾ ਤੇ ਅਗਲੀ ਵਾਰ ਲੋਕ ਉਹਨੂੰ ਆਪੇ ਪਿੱਛੇ ਛੁੱਟ ਦੇਣਗੇ। ਪਰ ਇਹ ਚੋਰ ਮੋਰੀਆਂ ਜੀਆਂ 63 ਐਮਐਲਏ ਦੇ ਉੱਪਰ ਸਾਡੇ ਨਜਾਇਜ਼ ਕੇਸ ਦਰਜ ਕਰਾਏ ਸੀਗੇ। ਇਹਨਾਂ ਨੇ ਡਰਾਉਣ ਲਈ, ਧਮਕਾਉਣ ਲਈ ਈਡੀ, ਸੀਬੀਆਈ, ਕਿਹੜਾ ਮਹਿਕਮੇ ਨੇ ਪਿੱਛੇ ਨਹੀਂ ਲਾਇਆ। ਮਾਨਯੋਗ ਕੋਰਟਾਂ ਨੇ ਸਾਰੇ ਬਾਇਜ਼ਤ ਬਰੀ ਕੀਤੇ। ਏਦਾਂ ਵੀ ਕਦੀ ਵੇਖਿਆ ਤੁਸੀਂ ਕਿ ਇੱਕ ਐਮਐਲਏ ਨੂੰ ਮਾਮੂਲੀ 23-24 ਦੇ ਕੇਸ ਦੇ ਵਿੱਚ ਪ੍ਰੈਸ ਕਾਨਫਰੰਸ ਤੇ ਚੱਲਦੇ ਪੁਲਿਸ ਥੱਪੜ ਮਾਰ ਕੇ ਲੈ ਜਾਵੇ? ਏਦਾਂ ਕਦੀ ਹੁੰਦਾ? ਇੱਥੇ ਕਿਸੇ ਸਰਪੰਚ ਨੂੰ ਕਰਕੇ ਵਿਖਾਏ ਕਾਂਗਰਸ ਦੇ ਨੂੰ? ਕਦੀ ਨਹੀਂ ਹੁੰਦਾ, ਕਿਉਂਕਿ ਉੱਥੇ ਦਿੱਲੀ ਪੁਲਿਸ ਔਰ ਵਾਇਆ ਐਲਜੀ ਪੂਰੀਆਂ ਕੋਸ਼ਿਸ਼ਾਂ ਕਰਕੇ ਵੇਖ ਲਿਆ। ਪਰ ਧੰਨਵਾਦ ਲੋਕਾਂ ਦਾ, ਧੰਨਵਾਦ ਪ੍ਰਮਾਤਮਾ ਦਾ ਔਰ ਚੰਗੀ ਨੀਤ ਦੇ ਨਾਲ ਅਗਰ ਚੱਲੇ ਆ, ਸੱਚੇ ਮਾਰਗ ਚੱਲਦੇ ਆ, ਦਿੱਲੀ ਦੇ ਲੋਕਾਂ ਨੇ ਵਿਸ਼ਵਾਸ ਪ੍ਰਗਟਾਇਆ ਸੀਗਾ। ਅਸੀਂ ਅੱਗੇ ਆ, ਚੰਡੀਗੜ੍ਹ ਵੀ ਇਸ ਤਰ੍ਹਾਂ ਕੰਮ ਕਰਕੇ ਦਿਖਾਵਾਂਗੇ। ਭਾਰਤੀ ਜਨਤਾ ਪਾਰਟੀ ਨੇ ਰੋਕਣਾ ਹੋਵੇ ਤਾਂ ਰੋਕ ਰਹੇ, ਪਰ ਲੋਕ ਬੜੇ ਜਾਗਰੂਕ ਨੇ, ਇਹਨਾਂ ਨੂੰ ਖਮਿਆਜਾ ਭੁਗਤਣਾ ਪਏਗਾ। ਜੇ 4 ਸੀਟਾਂ ਜਿਹੜਾ ਗੜ੍ਹ ਸੀਗਾ ਭਾਰਤੀ ਜਨਤਾ ਪਾਰਟੀ ਦਾ ਉੱਥੋਂ ਹੀ ਗਵਾ ਲਏ ਨੇ
ਹਿਮਾਚਲ ਦੇ ਵਿੱਚੋਂ ਚੰਡੀਗੜ੍ਹ ਵੀ ਗਵਾਚ ਗਏ ਤੇ ਇਹਨਾਂ ਨੂੰ ਕੁਝ ਸਿੱਖਣਾ ਚਾਹੀਦਾ ਕਿ ਇਮਾਨਦਾਰੀ ਠੀਕ ਨਾਲ ਹੈ, ਤੁਸੀਂ ਕਹਿ ਰਹੇ ਹੋ ਵੀ ਕਿਤੇ ਨਾ ਕਿਤੇ ਜੋ ਨੀਤੀਆਂ ਨੇ ਭਾਜਪਾ ਦੀਆਂ ਲੋਕ ਵਿਸ਼ਵਾਸ ਕਰਦੇ ਕੰਮ ਕਰਨ ਦਿਓ ਉਹਨਾਂ ਨੂੰ। ਉਹ ਜਿਹੜਾ ਕਿਤੇ ਨਾ ਕਿਤੇ ਅਸਰ ਪਾ ਰਹੀਆਂ ਨੇ ਭਾਜਪਾ ਦੀ ਹਾਰ ਦੇ ਵਿੱਚ ਜਿਹੜਾ ਅਰੋੜਾ ਸਾਹਿਬ, ਇੱਕ ਸਵੱਛ ਭਾਰਤ ਅਭਿਆਨ ਦਾ ਜ਼ਿਕਰ ਬੜਾ ਹੁੰਦਾ ਹੈ ਕਿ ਸਵੱਛ ਭਾਰਤ ਅਭਿਆਨ ਦੇ ਵਿੱਚ ਜਿਹੜਾ ਉਹ ਚੰਡੀਗੜ੍ਹ ਦੀ ਰੈਂਕਿੰਗ ਹੈ ਜਿਹੜੀ ਉਹ ਬਹੁਤ ਥੱਲੇ ਆ ਗਈ। ਤੁਹਾਨੂੰ ਲੱਗਦਾ ਕਿ ਇਹ ਵੀ ਇੱਕ ਕਾਰਨ ਰਿਹਾ ਹੋਵੇਗਾ ਤੁਹਾਨੂੰ ਸੀਟਾਂ ਘੱਟ ਆਉਣ ਦਾ? ਮੈਂ ਤੁਹਾਨੂੰ ਕਿਹਾ ਸੀਗਾ ਕਿ ਇਹ ਹੁਣੇ ਵਿਚਾਰਨਯੋਗ ਵਿਸ਼ੇ ਹੈਗਾ ਵੀ ਆਪਾਂ ਇਸ ਤੇ ਦੇਖਾਂਗੇ ਕਿੱਥੇ ਕਮੀਆਂ ਰਹੀਆਂ, ਜਨਤਾ ਦੇ ਮਨ 'ਚ ਕੀ ਕਮੀਆਂ ਰਹੀਆਂ, ਸਾਡੇ ਕਾਰਜਕਰਤਾਵਾਂ ਵੱਲੋਂ ਕੀ ਕਮੀਆਂ ਰਹੀਆਂ। ਇਲੈਕਸ਼ਨ ਇਹ ਨਹੀਂ ਹੈ ਕਿ ਅਸੀਂ ਲੋਕਾਂ ਨੇ ਸਾਨੂੰ ਬਿਲਕੁਲ ਨਕਾਰਤਾ। ਅਸੀਂ ਹੁਣ ਵੀ ਸੈਕੰਡ ਲਾਰਜੈਸਟ ਪਾਰਟੀ ਹੈਗੇ ਆ, 12 ਸੀਟਾਂ ਸਾਡੀਆਂ ਆਈਆਂ ਹੈਗੀਆਂ। ਸਾਨੂੰ ਲੋਕਾਂ ਨੇ ਨਹੀਂ ਨਕਾਰਿਆ। ਸੋਚਣ ਦਾ ਵਿਸ਼ੇ ਦੇਖਾਂਗੇ, ਇਹਦੇ 'ਚ ਬੈਠ ਕੇ ਆਪਣਾ ਗਣਿਤ ਲਗਾਉਣ ਦਾ ਟਾਈਮ ਹੈਗਾ ਵੀ ਕਿੱਥੇ ਕਮੀਆਂ ਰਹੀਆਂ, ਉਹ ਕਮੀਆਂ ਪੂਰੀ ਕਰਾਂਗੇ। ਜਿਨ੍ਹਾਂ ਲੋਕਾਂ ਨੇ ਸਾਡੇ ਤੇ ਵਿਸ਼ਵਾਸ ਜਤਾਇਆ ਉਹਨਾਂ ਦੀ ਸੇਵਾ ਤਾਂ ਕਰਨੀ ਕਰਨੀ ਹੈ। ਬਾਕੀ ਵੀ ਜਿੱਥੋਂ ਸਾਡੀ ਆਪਣੇ ਕੈਂਡੀਡੇਟ ਨਹੀਂ ਜਿੱਤੇ, ਲੋਕਾਂ ਨੇ ਸਾਨੂੰ ਉੱਥੋਂ ਵੀ ਵੋਟ ਪਾਈ ਹੈ, ਅਸੀਂ ਸੇਵਾ ਉਹਨਾਂ ਦੀ ਵੀ ਕਰਨੀ ਹੈ। ਅਸੀਂ ਸਾਰੇ ਸ਼ਹਿਰ ਦੀ ਸੇਵਾ ਕਰਨੀ ਹੈ। ਜਿਸ ਤਰੀਕੇ ਨਾਲ ਪਹਿਲਾਂ ਸੇਵਾ ਕਰਦੇ ਤੇ ਹੁਣ MP ਸਾਹਿਬਾਨ ਸਾਡੇ ਹੈਗੇ ਆ, ਪ੍ਰਧਾਨ ਮੰਤਰੀ ਸਾਡੇ ਹੈਗੇ ਆ। ਚੰਡੀਗੜ੍ਹ ਵਾਸਤੇ ਜੋ ਵੀ ਬੈਸਟ ਪੋਸੀਬਲ ਹੋਏਗਾ, ਜਿੰਨੇ ਵੀ ਗ੍ਰਾਂਟਾਂ ਚਾਹੀਦੀਆਂ ਹੋਣਗੀਆਂ, ਜੋ ਵੀ ਫੰਡ ਚਾਹੀਦਾ ਹੋਏਗਾ, ਸਾਡੇ ਉਹ MP ਤੇ ਅਸੀਂ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਕੇ ਉਹ ਚੰਡੀਗੜ੍ਹ ਵਾਸਤੇ ਲੈ ਕੇ ਆਵਾਂਗੇ। ਜੋ ਚੰਡੀਗੜ੍ਹ ਦੀ ਸੇਵਾ ਪਹਿਲੇ ਕਰਦੇ ਰਹੇ, ਉਦਾਂ ਹੀ ਚੰਡੀਗੜ੍ਹ ਦੀ ਸੇਵਾ ਅਸੀਂ ਹੁਣ ਵੀ ਕਰਦੇ ਰਹਾਂਗੇ। ਇਹਦੇ ਝੂਠੇ ਵਾਅਦੇ ਜਿਹੜੇ ਹੋ ਗਏ ਆ ਫ੍ਰੀ ਵਾਲੇ, ਜਿਹੜੀ 1-2 ਸੀਟ ਕਿਸੇ ਦੀ ਜੇ ਵੱਧ ਆ ਗਈ ਆ, ਤਾਂ ਉਹ ਅਗਲੀ ਵਾਰ ਉਹਨਾਂ ਦਾ ਮੋਹ ਭੰਗ ਹੋਏਗਾ ਜਨਤਾ ਦਾ, ਉਹ ਫਿਰ BJP ਨਾਲ ਹੀ ਖੜਨਗੇ। BJP ਦੀ ਸੇਵਾ ਕਰੋਨਾ ਕਾਲ 'ਚ ਵੀ ਲੋਕਾਂ ਨੇ ਦੇਖੀ ਹੈ। ਅਸੀਂ ਕਿੱਦਾਂ ਘਰ ਘਰ ਜਾ ਕੇ ਸੱਤਾ 'ਚ ਹੋਣ ਤੋਂ ਬਾਅਦ ਵੀ ਲੋਕਾਂ ਦੀ ਸੇਵਾ ਕੀਤੀ ਹੈ। ਉਹ ਸੇਵਾ ਲਗਾਤਾਰ ਜਾਰੀ ਰਹੇਗੀ, ਭਾਵੇਂ ਸਾਡੇ ਕੋਲ ਕੁਝ ਸੀਟਾਂ ਘੱਟ ਆਈਆਂ ਤਾਂ ਵੀ। ਠੀਕ ਹੈ ਅਰੋੜਾ ਸਾਹਿਬ, ਮੈਂ ਹੁਣ ਅੱਗੇ ਵਧਦਾ ਔਰ ਜੋ ਕਿਤੇ ਨਾ ਕਿਤੇ ਹੁਣ ਗੱਲ ਚੱਲ ਰਹੀ ਹੈ ਕਿ ਜੋ ਬਹੁਮਤ ਤਾਂ ਕਿਸੇ ਕੋਲ ਨਹੀਂ ਆਇਆ, ਤਾਂ ਬਹੁਮਤ ਨਹੀਂ ਆਇਆ ਤਾਂ ਮੇਅਰ ਦੀ ਚੋਣ ਜਿਹੜੀ ਆ ਉਹ ਕਿਵੇਂ ਹੋਏਗੀ ਸਾਫ਼ ਤੌਰ ਤੇ? ਤਾਂ ਆਮ ਆਦਮੀ ਪਾਰਟੀ ਕਿਸੇ ਨਾਲ ਗੱਠਜੋੜ ਬਾਰੇ ਜਸਕਰਨ ਜੀ ਸੋਚ ਰਹੀ ਹੈ? ਨਹੀਂ ਜੀ, ਅਜੇ ਤੱਕ ਤੇ ਫਿਲਹਾਲ ਇਦਾਂ ਦਾ ਕੁਝ ਨਹੀਂ ਹੈਗਾ ਜੀ। ਔਰ ਸਾਨੂੰ ਕਿਉਂਕਿ ਅਸੀਂ ਸਿੰਗਲ ਲਾਰਜੈਸਟ ਪਾਰਟੀ ਹੈ, ਸਾਨੂੰ ਮੌਕਾ ਦੇਣਾ ਚਾਹੀਦਾ ਵਾ ਕਿ ਅਸੀਂ ਆਪਣਾ ਮੇਅਰ ਬਣਾਈਏ, ਔਰ ਪਰਮਾਤਮਾ ਨੇ ਚਾਹਿਆ ਤਾਂ ਮੇਅਰ ਸਾਡਾ ਹੀ ਬਣੇਗਾ ਜੀ। ਔਰ ਜੇਕਰ ਬੇਈਮਾਨੀ ਕਰਦੇ ਆ ਬਹੁਮਤ ਦੇ ਲਈ ਤਾਂ 19 ਸੀਟਾਂ ਜਿਹੜੀਆਂ ਨੇ ਉਹ ਜ਼ਰੂਰੀ ਨੇ ਨਾ, ਮੈਂਡੇਟਰੀ ਨੇ। ਥੋੜੇ ਆਪਣੇ ਜਸਕਰਨ ਜੀ ਸ਼ਬਦ ਚੰਗੇ ਸਿੰਗਲ ਲਾਰਜੈਸਟ ਪਾਰਟੀ ਨੂੰ ਮੌਕਾ ਦੇਣਾ ਚਾਹੀਦਾ ਜੀ, ਬਿਲਕੁਲ। ਔਰ ਜੇਕਰ ਉਸ ਤੋਂ ਬਾਅਦ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੀ ਰਵਾਇਤ ਹੈਗੀ ਆ ਤੋੜ ਜੋੜ ਔਰ ਇਦਾਂ ਦੀਆਂ ਲੁੱਤਰ ਘੁੱਤਰੀਆਂ, ਉਹ ਮੇਰੇ ਖਿਆਲ ਨਹੀਂ ਹਰਕਾਂ ਦੇ ਚੱਲਣ ਵਾਲੀਆਂ, ਕਿਉਂਕਿ ਇਹਨਾਂ ਨੂੰ ਅੱਗੇ ਪੱਛਮੀ ਬੰਗਾਲ 'ਚ ਨਾ ਕਰਕੇ ਦੇਖ ਲਿਆ, ਮੂੰਹ ਦੀ ਖਾਣੀ ਪਈ ਆ। ਸਾਨੂੰ ਲੱਗਦਾ ਨਹੀਂ ਕੋਈ ਇਦਾਂ ਦੀ ਉਹ ਕਰਨਗੇ, ਜੇ ਕਰਨਗੇ ਤਾਂ ਫਿਰ ਬੁਰਾ ਹੋਊਗਾ, ਔਰ ਮੌਕਾ ਮੇਅਰ ਬਣਾਉਣ ਦਾ ਸਾਨੂੰ ਹੀ ਮਿਲੇਗਾ ਜੀ। ਪਰ ਉਹ ਜਿਹੜੀ ਤੁਸੀਂ ਜੋੜ ਤੋੜ ਦੀ ਗੱਲ ਕਰ ਰਹੇ ਹੋ, ਉਹ ਜੋੜ ਤੋੜ ਕਿਤੇ ਨਾ ਕਿਤੇ MP ਦੇ ਵਿੱਚ ਵੀ ਜਿਹੜਾ ਉਹ ਭਾਜਪਾ ਨੇ ਬੜਾ ਵਧੀਆ ਕੀਤਾ, ਔਰ ਸਰਕਾਰ ਜਿਹੜੀ ਹੈ ਕਾਂਗਰਸ ਦੀ ਉੱਥੇ ਜਿਹੜੀ ਹੈ ਗਿਰ ਗਈ। ਤੁਹਾਨੂੰ ਨਹੀਂ ਲੱਗਦਾ ਕਿ ਇੱਥੇ ਚੰਡੀਗੜ੍ਹ ਦੇ ਵਿੱਚ ਵੀ ਭਾਜਪਾ ਕਾਮਯਾਬ ਰਹੇਗੀ ਉਸ ਦੇ ਵਿੱਚ? ਕਿਉਂਕਿ ਜ਼ਿਆਦਾ ਪਿੱਛੇ ਨਹੀਂ, ਤੁਹਾਡੇ ਤੋਂ ਜ਼ਿਆਦਾ ਪਿੱਛੇ ਨਹੀਂ ਰਹੀ, ਸਿਰਫ 2 ਸੀਟਾਂ ਘੱਟ ਨੇ ਤੁਹਾਡੇ ਤੋਂ। ਇੱਕ ਤੇ ਇਹਨਾਂ ਦਾ 25 ਸਾਲ ਹੋ ਗਏ ਨੇ ਇਹਨਾਂ ਨੂੰ ਸੰਘਰਸ਼ ਕਰਦੇ ਨੇ, ਪੈਰ ਲੱਗੇ ਹੋਏ ਨੇ, ਉਹ ਚੀਜ਼ ਹੈਗੀ ਆ। ਦੂਸਰੀ ਗੱਲ ਇਹ ਹੈਗੀ ਆ ਕਿ ਚੰਡੀਗੜ੍ਹ ਦੇ ਲੋਕ ਬਹੁਤ ਕੰਪੈਰੀਟਿਵਲੀ ਬਹੁਤ ਜਾਗਰੂਕ ਨੇ, ਹਰ ਆਮ ਕਿਸੇ ਸਟੇਟ ਦੇ ਨਾਲੋਂ ਜ਼ਿਆਦਾ ਜਾਗਰੂਕ ਨੇ, ਪੜ੍ਹੇ ਲਿਖੇ ਨੇ। ਔਰ ਸਾਨੂੰ ਨਹੀਂ ਲੱਗਦਾ ਕਿ ਜਿਹੜੀ ਜਨਤਾ ਇਦਾਂ ਦੀ ਇਜਾਜ਼ਤ ਇਹਨਾਂ ਨੂੰ ਕੋਈ, ਜੋ ਇਹ ਪੱਛਮੀ ਬੰਗਾਲ 'ਚ ਕਰ ਆਏ ਨੇ, ਇੱਥੇ ਕਰਨ ਦੀ ਇਜਾਜ਼ਤ ਦੇਣਗੇ। ਜਿੱਦਾਂ ਕਰਨਗੇ ਤਾਂ ਬਹੁਤ ਮਤਲਬ ਮੂੰਹ ਦੀ ਖਾਣੀ ਪਊਗੀ। ਆਉਣ ਵਾਲੀ 5 ਸਟੇਟ ਦੇ ਵਿੱਚ ਇਲੈਕਸ਼ਨ ਆ, ਜੇ ਇਦਾਂ ਦੇ ਕੁਝ ਕਰਨਗੇ ਹੇਰਾਫੇਰੀ ਜਿਸ ਤਰ੍ਹਾਂ ਬੰਗਾਲ ਦੇ ਵਿੱਚ ਕੀਤੀ ਆ ਜਾਂ ਹੋਰ ਸਟੇਟਾਂ ਦੇ ਵਿੱਚ, ਤਾਂ ਇਹਨਾਂ ਨੂੰ ਬਹੁਤ ਭਾਰੀ ਨੁਕਸਾਨ ਹੋਏਗਾ। ਇਹ ਇਸ ਗੱਲ ਤੋਂ ਸੁਚੇਤ ਹੋਣਗੇ। ਅੱਛਾ ਜਸਕਰਨ ਜੀ, ਪੰਜਾਬ ਦੇ ਵਿੱਚ ਤੁਹਾਨੂੰ ਇਹਨਾਂ ਚੋਣਾਂ ਦਾ ਕਿਸ ਤਰੀਕੇ ਨਾਲ ਫਾਇਦਾ ਹੋ ਸਕਦਾ? ਵੀਰ ਜੀ, ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ, ਔਰ ਚੰਡੀਗੜ੍ਹ ਕਿਉਂਕਿ ਪੰਜਾਬ ਦੀ ਰਾਜਧਾਨੀ ਹੈ, ਚੰਡੀਗੜ੍ਹ ਦੇ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਦਾ ਸ਼ਾਸਨ ਕੇਂਦਰ 'ਚ ਵੀ ਦੇਖਿਆ ਤੇ ਹਰਿਆਣੇ 'ਚ ਵੀ ਦੇਖਿਆ, ਤੇ ਚੰਡੀਗੜ੍ਹ ਦੇ ਲੋਕਾਂ ਨੇ ਕਾਂਗਰਸ ਦਾ ਪਿਛਲੇ 5 ਸਾਲ ਦੀ ਕਾਰਗੁਜ਼ਾਰੀ ਜਿਹੜੀ ਹੈ ਪੰਜਾਬ ਦੀ ਦੇਖੀ, ਜਿਹਦੇ ਆਧਾਰ ਤੇ ਉਹਨਾਂ ਆਪਣਾ ਮਨ ਬਣਾਇਆ ਸੀਗਾ। ਔਰ ਸਾਨੂੰ ਪੂਰਾ ਯਕੀਨ ਹੈ ਕਿ ਸਾਡੇ ਲਈ ਇੱਕ ਬੜੀ ਹੌਸਲਾਦਾਇਕ ਜਿਹੜੀ ਇਲੈਕਸ਼ਨ ਦਾ ਰਿਜ਼ਲਟ ਜਿਹੜਾ ਆਇਆ, ਸਾਨੂੰ ਬੜਾ ਹੌਸਲਾ ਮਿਲਿਆ। ਔਰ ਪੰਜਾਬ ਦੇ ਲੋਕ ਤੇ ਪਹਿਲਾਂ ਹੀ ਮਨ ਬਣਾਈ ਬੈਠੇ ਆ ਕਿ ਆਮ ਆਦਮੀ ਪਾਰਟੀ ਨੂੰ, ਜਿੰਨੇ ਵੀ ਸਰਵੇ ਹੋ ਰਹੇ ਆ, ਜਿੰਨੇ ਵੀ ਅੱਜ ਤੱਕ ਸਾਹਮਣੇ ਆ, ਸਾਰੇ ਆਮ ਆਦਮੀ ਪਾਰਟੀ ਨੂੰ ਸਪਸ਼ਟ ਬਹੁਮਤ ਜਿਹੜੀ ਹੈ ਮਿਲਦੀ ਦਿਸ ਰਹੀ ਹੈ। ਵੇਖੋ, ਜਿਹੜੇ ਕਿਸਾਨ ਅੰਦੋਲਨ ਦੇ ਵਿੱਚ ਸਭ ਤੋਂ ਵੱਧ ਜਿਹੜੀ ਆਲੋਚਨਾ ਭਾਰਤੀ ਜਨਤਾ ਪਾਰਟੀ, ਕਿਸਾਨ ਔਰ ਰਵਾਇਤੀ ਪਾਰਟੀ ਨੇ, ਸਾਡੇ ਪਾਰਟੀ ਦੇ ਖਿਲਾਫ ਕਿਸਾਨ ਅੰਦੋਲਨ ਨੇ
ਕੋਈ ਜ਼ਿਆਦਾ ਇਦਾਂ ਦਾ ਨਹੀਂ ਵਿਰੋਧ ਨਹੀਂ ਕੀਤਾ ਜਿੰਨਾ ਇਹ ਰਵਾਇਤੀ ਪਾਰਟੀ ਨੂੰ ਸਾਹਮਣਾ ਕਰਨਾ ਪਿਆ। ਇਹਦਾ ਮਤਲਬ ਇਹ ਹੈ ਕਿ ਸਾਡੇ ਤੋਂ ਲੋਕ ਜਿਹੜਾ ਬਦਲਾਵ ਦੀ ਆਸ ਰੱਖਦੇ ਆ, ਔਰ ਅਸੀਂ ਬਦਲਾਅ ਲੈ ਕੇ ਵੀ ਆਵਾਂਗੇ। ਹਰ ਤਰ੍ਹਾਂ ਦੀ ਕਰਪਸ਼ਨ, ਹਰ ਤਰ੍ਹਾਂ ਮਾਫੀਆ ਜਿਸਨੇ ਪੰਜਾਬ ਨਸ਼ਾ ਜਿਸਨੇ ਬਰਬਾਦ ਕਰ ਛੱਡਿਆ, ਉਹ ਅਸੀਂ ਦੁਬਾਰਾ ਰੰਗਲਾ ਪੰਜਾਬ ਬਣਾਉਣ ਲਈ ਆਪਣੀ ਪੂਰੀ ਤਨਦੇਹੀ ਨਾਲ ਜਾਨ ਜੀ ਜਾ ਲਾਵਾਂਗੇ। ਜਿਹਦੇ ਤੇ ਲੋਕ ਸਾਡੇ ਵਿਸ਼ਵਾਸ ਕਰ ਰਹੇ ਹੋ, ਉਹਨਾਂ ਦੇ ਵਿਸ਼ਵਾਸ ਦਾ ਅਸੀਂ ਪੂਰਾ ਸਨਮਾਨ ਰੱਖਾਂਗੇ। ਔਰ ਅਗਲੀ ਵਾਰ ਨੈਕਸਟ ਇਲੈਕਸ਼ਨ ਜਿਹੜੀ ਪੰਜਾਬ ਦੀ ਹੋਊਗੀ ਉਹ 'ਚ ਦਿੱਲੀ ਵਾਂਗ ਅਸੀਂ ਫੇਰ ਕਹਾਂਗੇ, ਜਾਂ ਦਿੱਲੀ ਅਸੀਂ ਕਹਿੰਦੇ ਆ ਜੇ ਭਰਾਓ ਅਸੀਂ ਆਪਣੇ ਕੀਤੇ ਵਾਅਦੇ ਪੂਰੇ ਕੀਤੇ ਤੇ ਸਾਨੂੰ ਵੋਟ ਪਾਇਓ, ਜੇ ਨਹੀਂ ਕੀਤੇ ਤਾਂ ਸਾਨੂੰ ਵੋਟ ਨਾ ਪਾਓ। ਸਾਨੂੰ ਪੂਰਾ ਯਕੀਨ ਆ 2027 ਦੀ ਇਲੈਕਸ਼ਨ 'ਚ ਅਸੀਂ ਪੰਜਾਬ ਦੇ ਵਾਸੀਆਂ ਨੂੰ ਕਹਿਣ ਵਾਲੇ ਬਣਾਂਗੇ ਕਿ ਭਰਾਓ ਪਿਛਲੀ ਇਲੈਕਸ਼ਨ 'ਚ ਵਾਅਦੇ ਕੀਤੇ, ਜੇ ਅਸੀਂ ਪੂਰੇ ਕੀਤੇ ਤਾਂ ਸਾਨੂੰ ਵੋਟ ਪਾਇਓ, ਨਹੀਂ ਤੇ ਨਾ ਪਾਇਓ। ਇਹ ਕਹਿਣ ਦੀ ਜ਼ਰੂਰਤ ਸਿਰਫ ਅਰੋੜਾ ਇੱਕ ਸਾਹਿਬ ਪਾਰਟੀ ਕਰ ਸਕਦੀ ਹੈ ਹਿੰਦੁਸਤਾਨ 'ਚ। ਅਰੋੜਾ ਸਾਹਿਬ, ਇਹ ਸਾਫ਼ ਤੌਰ ਤੇ ਪਹਿਲਾਂ ਵੀ ਦਿੱਲੀ ਦੀ ਇਲੈਕਸ਼ਨ 'ਚ ਵੀ ਨਿਕਲ ਕੇ ਸਾਹਮਣੇ ਆਇਆ ਸੀ। 3 ਧਿਰਾਂ ਜਦੋਂ ਦਿੱਲੀ ਦੇ ਵਿੱਚ ਲੜੀਆਂ, ਭਾਜਪਾ, ਕਾਂਗਰਸ ਔਰ ਆਮ ਆਦਮੀ ਪਾਰਟੀ ਦਾ ਬਹੁਮਤ ਉਦੋਂ ਪਹਿਲੀ ਵਾਰ ਕਿਸੇ ਨੂੰ ਨਹੀਂ ਸੀ ਮਿਲਿਆ, ਬਾਅਦ ਦੇ ਵਿੱਚ ਦੁਬਾਰਾ ਹੋਇਆ। ਔਰ ਹੁਣ ਜੋ ਚੰਡੀਗੜ੍ਹ ਦੇ ਵਿੱਚ ਵੀ ਕਾਂਗਰਸ, ਭਾਜਪਾ ਤੇ ਆਮ ਆਦਮੀ ਪਾਰਟੀ 'ਚੋਂ ਬਹੁਮਤ ਕਿਸੇ ਨੂੰ ਵੀ ਨਹੀਂ ਮਿਲਿਆ ਹੈਗਾ। ਤੁਹਾਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਵਿੱਚ, ਚੰਡੀਗੜ੍ਹ ਦੇ ਵਿੱਚ ਤਾਂ ਸਿਰਫ 3 ਹੀ ਪਾਰਟੀਆਂ ਨੇ, ਪੰਜਾਬ ਦੇ ਵਿੱਚ ਅਗਰ ਮੈਂ ਗਿਣਤੀ ਕਰਾਂ ਤਾਂ ਕਾਂਗਰਸ, ਬੀਜੇਪੀ, ਅਕਾਲੀ ਦਲ, ਆਮ ਆਦਮੀ ਪਾਰਟੀ, ਕੈਪਟਨ ਅਮਰਿੰਦਰ ਸਿੰਘ, ਉਸ ਤੋਂ ਬਾਅਦ ਜੋ ਸੰਯੁਕਤ ਸਮਾਜ ਮੋਰਚਾ ਕਿਸਾਨਾਂ ਦਾ ਚੜੂਨੀ ਸਾਹਿਬ ਵੀ ਆਏ ਨੇ। ਮਤਲਬ ਕੁੱਲ ਮਿਲਾ ਕੇ ਮੋٹے ਤੌਰ ਤੇ 7-8 ਪਾਰਟੀਆਂ ਬਣ ਜਾਂਦੀਆਂ ਨੇ ਪੰਜਾਬ ਚੋਣਾਂ ਦੇ ਵਿੱਚ। ਤੁਹਾਨੂੰ ਲੱਗਦਾ ਕਿ ਪੰਜਾਬ ਚੋਣਾਂ 'ਚ ਵੀ ਜਿਸ ਤਰੀਕੇ ਨਾਲ ਚੰਡੀਗੜ੍ਹ 'ਚ ਬਹੁਮਤ ਕਿਸੇ ਨੂੰ ਨਹੀਂ ਮਿਲਿਆ, ਪੰਜਾਬ 'ਚ ਵੀ ਨਹੀਂ ਮਿਲਣ ਵਾਲਾ? ਚੰਡੀਗੜ੍ਹ ਦਾ ਐਮਸੀ ਦਾ ਇਲੈਕਸ਼ਨ ਸੀ ਤੇ ਪੰਜਾਬ 'ਚ ਸੀਐਮ ਵਾਸਤੇ ਹੋਣਾ ਜੀ ਐਮਐਲਏ ਦੇ ਇਲੈਕਸ਼ਨ। ਦੋਨਾਂ 'ਚ ਬੜਾ ਜ਼ਮੀਨ ਆਸਮਾਨ ਦਾ ਫਰਕ ਹੁੰਦਾ। ਇਹ ਲੋਕਲ ਮੁੱਦੇ ਹੁੰਦੇ ਆ, ਉਹਦੇ 'ਚ ਹਰ ਤਰੀਕੇ ਦੇ ਮੁੱਦੇ ਹੁੰਦੇ ਆ। ਪੰਜਾਬ ਤੇ ਚੰਡੀਗੜ੍ਹ ਨੂੰ ਆਪਸ 'ਚ ਮਿਲਾਉਣ 'ਚ ਮੈਨੂੰ ਲੱਗਦਾ ਥੋੜਾ ਗੁਰੇਜ਼ ਕਰਨਾ ਚਾਹੀਦਾ। ਇਹ ਕੋਈ ਠੀਕ ਕੈਲਕੂਲੇਸ਼ਨ ਨਹੀਂ ਹੈਗੀ ਹੈ। ਤੇ ਜਿਹੜੀ ਜਸਕਰਨ ਜੀ ਨਸ਼ਿਆਂ ਦੀ ਗੱਲ ਕਰ ਰਹੇ ਸੀ, ਸਾਰਿਆਂ ਨੇ ਦੇਖਿਆ ਇਹਨਾਂ ਦੇ ਐਮਪੀ ਐਮਐਲਏ ਦੇ ਵੀਡੀਓਜ਼, ਤੇ ਜਿੱਦਾਂ ਆਪਣੇ ਇੱਕ ਇੰਡੀਆ ਨਿਊਜ਼ ਦੇ ਪੱਤਰਕਾਰ ਨਾਲ ਹੀ ਜਿੱਦਾਂ ਬਦਸਲੂਕੀਆਂ ਹੋਈਆਂ। ਤੇ ਪੰਜਾਬ 'ਚ ਜਿਹੜੀ ਇਹ ਨਸ਼ੇ ਦੇ ਖਿਲਾਫ ਦੀ ਗੱਲ ਕਰਦੇ ਆ, ਮੈਨੂੰ ਲੱਗਦਾ ਇਹਨਾਂ ਨੂੰ ਪਹਿਲਾਂ ਆਪਣੇ ਬੰਦਿਆਂ ਨੂੰ ਹੀ ਥੋੜਾ ਠੀਕ ਕਰਨਾ ਚਾਹੀਦਾ, ਜਿਹੜੇ ਇਹਨਾਂ ਦੇ ਹੁਣੇ ਚੁਣੇ ਵੇ ਮੋਤਵਾਰ ਬੰਦੇ ਹੈਗੇ ਆ। ਤੇ ਪੰਜਾਬ ਦੀ ਜਵਾਨੀ ਖਾਲੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ 'ਚ ਪੈਦਾ ਹੋਇਆ, ਡਰੱਗ ਮਾਫੀਆ ਨੇ ਪੰਜਾਬ ਦੀ ਜਵਾਨੀ ਖਾਲੀ, ਘਰ 70 ਵਿਛਾਤੇ। ਨਹੀਂ, ਪਰ ਜਸਕਰਨ ਜੀ ਉਸੇ ਅਕਾਲੀ ਦਲ ਦੇ ਆਗੂ ਵਿਕਰਮ ਮਜੀਠੀਆ ਤੋਂ ਅਰਵਿੰਦ ਕੇਜਰੀਵਾਲ ਨੇ ਮਾਫੀ ਵੀ ਤਾਂ ਮੰਗ ਲਈ ਨਾ, ਫਿਰ ਮਾਫੀ ਕਿਉਂ ਮੰਗੀ ਸੀ? ਮੈਨੂੰ ਅੱਜ ਉਹੀ ਵਿਕਰਮ ਮਜੀਠੀਆ ਲੋਕ ਦਾ ਫਿਰ ਰਿਹਾ, ਅੱਜ ਉਹੀ ਵਿਕਰਮ ਮਜੀਠੀਆ ਈਡੀ ਹਰਪ੍ਰੀਤ ਸਿੰਘ ਸਿੱਧੂ ਦੀ ਰਿਪੋਰਟ ਆ, ਹਾਈ ਕੋਰਟ ਦੀਆਂ ਰਿਪੋਰਟਾਂ, ਲੋਕ ਦਾ ਫਿਰ ਰਿਹਾ, ਪੁਲਿਸ ਥਾਂ ਛਾਪੇ ਮਾਰੀ, ਲੋਕ ਦਾ ਫਿਰ ਰਿਹਾ। ਸਾਡਾ ਸਟੈਂਡ ਬਿਲਕੁਲ ਸਹੀ ਸੀਗਾ ਕਿ ਨਸ਼ੇ ਦਾ ਤਸਕਰ ਬਿਕਰਮਜੀਤ ਸਿੰਘ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਤੁਹਾਡੇ ਕੋਲ ਆਊਗਾ, ਰਿਐਕਸ਼ਨ ਆਊਗਾ। ਅਰੋੜਾ ਸਾਹਿਬ ਕੰਪਲੀਟ ਕਰ ਲਓ। ਅੱਜ ਸਮੇਂ ਨੇ ਸਾਬਿਤ ਕਰ ਦਿੱਤਾ ਕੈਪਟਨ ਅਮਰਿੰਦਰ ਸਿੰਘ ਭਾਰਤੀ ਜਨਤਾ ਪਾਰਟੀ ਇੱਕ ਸੀਗੇ। ਅਰੋੜਾ ਸਾਹਿਬ ਭਾਰਤੀ ਜਨਤਾ ਪਾਰਟੀ ਔਰ ਕੈਪਟਨ ਅਮਰਿੰਦਰ ਸਿੰਘ ਇੱਕ ਸੀਗੇ। ਸਾਨੂੰ ਪਤਾ ਸੀਗਾ ਤੁਸੀਂ ਸਾਨੂੰ ਉਲਝਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਜੇ ਸਾਡੀ ਸਮਝਦਾਰੀ ਸੀ ਵਕਤ ਆਉਣ ਤੇ ਜਵਾਬ ਦੇਵਾਂਗਾ, ਜੋ ਵਕਤ ਆ ਗਿਆ ਵੇਖ ਠੀਕ ਹੈ ਜਸਕਰਨ ਜੀ, ਆਪਾਂ ਰਿਐਕਸ਼ਨ ਲੈ ਲਈਏ। ਅਰੋੜਾ ਸਾਹਿਬ ਤੁਸੀਂ ਆਪਣਾ ਕੰਪਲੀਟ ਕਰ ਲਓ। ਜਸਕਰਨ ਜੀ ਮੈਂ ਤੁਹਾਡੇ ਕੋਲ ਆਉਂਗਾ। ਅਰੋੜਾ ਸਾਹਿਬ ਤੁਸੀਂ ਕੰਪਲੀਟ ਕਰੋ। ਹਾਂ, ਮੈਂ ਕਹਿ ਰਿਹਾ ਸੀਗਾ ਜੀ, ਦੇਖੋ ਪੰਜਾਬ 'ਚ ਜਿੱਦਾਂ ਦੇ ਇਹ ਵਾਅਦੇ ਕਰ ਰਹੇ, ਸਮਝਦਾਰ ਜਿੱਦਾਂ ਦੇ ਇਹ ਜਾਲੀ ਵਾਅਦੇ ਕਰ ਰਹੇ ਆ ਨਾ ਪੰਜਾਬ 'ਚ, ਉਹ ਨਹੀਂ ਚੱਲਣ ਵਾਲੇ। ਪੰਜਾਬ 'ਚ ਫ੍ਰੀ ਵਾਲਾ ਕੋਈ ਮੁੱਦਾ ਨਹੀਂ। ਪੰਜਾਬ 'ਚ ਮਿਹਨਤੀ ਲੋਕ ਹੈ। ਪੰਜਾਬ ਆਪਣੀ ਹੱਥ ਦੀ ਕਰੀ ਵੀ 10 ਨੋਹਾਂ ਦੀ ਕਮਾਈ ਕਰਕੇ ਖਾਂਦੇ ਆ। ਇਹ ਇਹਨਾਂ ਦੇ ਵਾਅਦੇ ਦਿੱਲੀ ਚੱਲ ਗਏ, ਇੱਥੇ ਚੱਲਣੇ ਨਹੀਂ। ਬਾਕੀ ਜਿਹੜੀ ਨਸ਼ਿਆਂ ਦੀ ਗੱਲ ਮੈਂ ਕੀਤੀ ਹੈ ਤੇ ਇਹਨਾਂ ਨੂੰ ਬੜਾ ਬੁਰਾ ਲੱਗਿਆ ਉਹ। ਮੇਰਾ ਸਵਾਲ ਹੈ ਇਹਨਾਂ ਤੋਂ, ਜਿਹੜੇ ਛਾਪੇ ਛੁਪੇ ਜੇ ਮਰਵਾ ਲਏ ਤੇ ਕਿਆ ਛਾਪੇ ਇਹਨਾਂ ਦੀ ਆਮ ਆਦਮੀ ਪਾਰਟੀ ਨੇ ਦਿੱਲੀੋਂ ਆ ਕੇ ਮਾਰੇ ਆ? ਉਹ ਦਿੱਲੀੋਂ ਆ ਕੇ ਤਾਂ ਨਹੀਂ ਮਾਰੇ ਗਏ, ਉਹ ਕਿਸੇ ਸਰਕਾਰ ਨੇ ਮਾਰੇ, ਉਹਦੀ ਵੀ ਵਡਾਈ ਕਰ ਲੋ। ਫਿਰ ਉਹ ਕਿਸੇ ਸੀਐਮ ਨੇ ਮਾਰੇ, ਫਿਰ ਉਹਦੀ ਵੀ ਵਡਾਈ ਕਰ ਲੋ। ਸਾਰੀ ਸ਼ਾਬਾਸ਼ੀ ਕਰਿਆ ਕਿਸੇ ਨੇ ਤੇ ਆਪ ਲੈਣਾ ਚੰਗਾ ਨਹੀਂ ਹੁੰਦਾ। ਮੈਂ ਦੁਬਾਰਾ ਦੁਹਰਾਊਂਗਾ, ਪੰਜਾਬ ਦੀ ਰਾਜਨੀਤੀ ਬੜੀ ਡਿਫਰੈਂਟ ਹੈ, ਪੰਜਾਬ ਦੀ ਜ਼ਰੂਰਤਾਂ ਬੜੀ ਡਿਫਰੈਂਟ ਹੈ। ਪੰਜਾਬ ਨੂੰ ਕਿਸੇ ਹੋਰ ਲੀਡਰਸ਼ਿਪ ਦੀ ਲੋੜ ਹੈ, ਸਾਫ਼ ਲੀਡਰਸ਼ਿਪ ਦੀ ਲੋੜ ਹੈ। ਇਹ ਜਾਲੀ ਵਾਅਦੇ ਉੱਥੇ ਨਹੀਂ ਚੱਲਣੇ। ਇਹ ਜਿਹੜੇ 15 ਲੱਖ ਰੁਪਏ ਦੇਣ ਦੇ ਵਾਅਦੇ ਸੀਗੇ, ਜਿਹੜੇ ਕਰੋੜਾਂ ਨੌਕਰੀਆਂ ਆਉਣੀਆਂ ਸੀਗੀਆਂ, ਉਹ ਵਾਅਦੇ ਉਹਨਾਂ ਵਾਅਦਿਆਂ ਦਾ ਕੀ ਬਣਿਆ ਜਨਾਬ?
ਬਿਆਨ ਮੈਨੂੰ ਦਿਖਾ ਦਿਓ 15 ਲੱਖ ਰੁਪਏ ਵਾਲਾ, ਜੋ ਕਹੋਗੇ ਮੈਂ ਕਰ ਦੂੰਗਾ। ਉਹ ਕਿਹਾ ਕੁਛ ਗਿਆ ਤੇ ਤੁਸੀਂ ਉਹਨੂੰ ਇੰਟਰਪਟ ਹੋਰ ਤਰੀਕੇ ਨਾਲ ਕਰਦੇ ਹੋ, ਉਹ ਠੀਕ ਨਹੀਂ ਹੈ। ਠੀਕ ਹੈ ਜਸਕਰਨ ਜੀ, ਮੈਨੂੰ ਇਹ ਦੱਸੋ ਜਸਕਰਨ ਜੀ, ਰੋੜਾ ਸਾਹਿਬ ਹਰ ਬੰਦੇ ਦੇ ਹੱਥ 'ਚ ਮੋਬਾਈਲ ਫੋਨ ਆ। ਜਸਕਰਨ ਜੀ, ਕੀ ਹੁਣ ਆਮ ਆਦਮੀ ਪਾਰਟੀ ਆਪਣਾ ਮੇਅਰ ਬਣਾਉਣ ਜਾ ਰਹੀ ਹੈ? ਮੈਂ ਸਾਰਾ ਦਿਨ ਆਨਲਾਈਨ ਹੁੰਦਾ, ਮੇਰਾ ਕੰਮ ਹੈ। ਮੈਂ ਪਿਛਲੇ ਇੰਨੇ ਸਾਲ ਤੋਂ ਪਾਰਟੀ ਦਾ ਪ੍ਰਵਕਤਾ, ਮੈਂ ਸਭ ਨੂੰ ਚੈਲੰਜ ਕੀਤਾ। ਮੋਦੀ ਸਾਹਿਬ ਪਹਿਲੀ ਵਾਰ ਜਸਕਰਨ ਜੀ ਮੇਰਾ ਸਵਾਲ ਲੈ ਲਓ। ਜਸਕਰਨ ਜੀ ਮੇਰਾ ਸਵਾਲ ਲੈ ਲਓ, ਕੀ ਹੁਣ ਆਮ ਆਦਮੀ ਪਾਰਟੀ ਆਪਣਾ ਮੇਅਰ ਬਣਾਏਗੀ ਚੰਡੀਗੜ੍ਹ? ਚੈਲੰਜ ਕਰ ਰਹਾ ਹੈ ਕਿ ਇੱਕ ਬਿਆਨ ਦਿਖਾ ਦਿਓ। ਮਾਫੀ ਚਲੋ ਆਵਾਜ਼ ਮਿਕਸ ਹੋ ਗਈ ਦੁਬਾਰਾ। ਜਸਕਰਨ ਜੀ, ਕੀ ਮੈਂ ਇਹ ਪੁੱਛ ਰਿਹਾ ਕਿ ਕੀ ਆਮ ਆਦਮੀ ਪਾਰਟੀ ਆਪਣਾ ਮੇਅਰ ਜਿਹੜਾ ਉਹ ਬਣਾਏਗੀ ਚੰਡੀਗੜ੍ਹ ਦੇ ਵਿੱਚ ਹੁਣ? ਬਿਲਕੁਲ ਬਣਾਏਗੀ ਜੀ, ਸਾਡਾ ਮੇਅਰ ਬਣੇਗਾ ਜੀ, ਸਾਡਾ ਬਣਨਾ ਚਾਹੀਦਾ। ਲੋਕਤੰਤਰ ਦੇ ਲੋਕਾਂ ਦੇ ਆਵਾਮ ਦਾ ਫਤਵਾ ਜਿਸ ਤਰ੍ਹਾਂ ਹੈ। ਨਹੀਂ, ਪਰ ਉਹ ਸਵਾਲ ਉੱਥੇ ਹੀ ਖੜਾ ਹੋ ਜਾਂਦਾ ਨਾ, ਤੁਸੀਂ ਕਹਿ ਰਹੇ ਹੋ ਕਿ ਬਣਨਾ ਚਾਹੀਦਾ, ਸਵਾਲ ਉੱਥੇ ਹੀ ਖੜਾ ਹੋ ਜਾਂਦਾ ਕਿ ਬਹੁਮਤ ਤਾਂ ਤੁਹਾਡੇ ਕੋਲ ਹੈ ਨਹੀਂ ਹੈ, ਫਿਰ ਬਣਾਓਗੇ ਕਿਵੇਂ? ਸਰ ਸਿੰਗਲ ਲਾਰਜੈਸਟ ਪਾਰਟੀ ਨੂੰ ਮੌਕਾ ਦਿੱਤਾ ਜਾਊਗਾ ਨਾ ਪਹਿਲਾਂ। ਸਾਡਾ ਹੱਕ ਬਣਦਾ। ਜਦ ਕਾਂਗਰਸ ਬੀਜੇਪੀ ਇਕੱਠੀਆਂ ਹੋ ਜਾਣ, ਜਿਸ ਤਰ੍ਹਾਂ ਅਸਲ ਹਸੂਲਾਂ ਤਾਂ ਇਕੱਠੀਆਂ ਹੀ ਆ, ਇਹ ਸਿਰਫ ਚਿਹਰੇ ਬਦਲੇ ਆ। ਇਲੈਕਸ਼ਨ ਇੱਕ ਬੇਨਤੀ ਹੋਰ ਕਰਦੇ ਆ, ਇਸ ਵਾਰ ਇਲੈਕਸ਼ਨ ਜਿਹੜੀ ਆ ਸੀਗੇ ਆਮ ਆਦਮੀ ਪਾਰਟੀ ਵਰਸਸ ਭਾਰਤੀ ਜਨਤਾ ਪਾਰਟੀ ਜਾਂ ਕਾਂਗਰਸ ਨਹੀਂ ਸੀਗੀ, ਆਮ ਆਦਮੀ ਪਾਰਟੀ ਵਰਸਸ ਰਵਾਇਤੀ ਪਾਰਟੀਆਂ ਸੀਗੀਆਂ। ਤੋਂ ਜੇ ਦੋਵੇਂ ਇਕੱਠੇ ਹੋ ਜਾਂਦੇ ਆ ਫਿਰ ਤਾਂ ਕੁਝ ਕਹਿ ਨਹੀਂ ਸਕਦਾ। ਅਦਰਵਾਈਜ਼ ਸਾਡਾ ਹੱਕ ਬਣਦਾ ਜੀ, ਸਾਨੂੰ ਪੂਰਾ ਯਕੀਨ ਹੈ ਕਿ ਸਾਨੂੰ ਹੀ ਮੌਕਾ ਜਿਹੜਾ ਦਿੱਤਾ ਜਾਏਗਾ ਔਰ ਅਸੀਂ ਕਾਮਯਾਬੀ ਨਾਲ ਆਪਣਾ ਜਿਹੜਾ ਕਾਰਪੋਰੇਸ਼ਨ ਜਿਹੜੀ ਅਰਕਾਂ ਚਲਾਵਾਂਗੇ ਜੀ। ਠੀਕ ਹੈ, ਤੁਸੀਂ ਕਹਿ ਰਹੇ ਹੋ ਕਿ ਆਮ ਆਦਮੀ ਪਾਰਟੀ ਸਾਫ਼ ਤੌਰ ਤੇ ਕਲੀਅਰ ਤੌਰ ਤੇ ਆਪਣਾ ਮੇਅਰ ਬਣਾਏਗੀ, ਪੋਜ਼ਿਟਿਵਲੀ ਬਣਾਵਾਂਗੇ ਜੀ। ਠੀਕ ਹੈ ਸ਼ੁਕਰੀਆ ਜੋ ਇਸ तमाम ਗੱਲਬਾਤ ਦੇ ਲਈ ਜਸਕਰਨ ਬਦੇਸ਼ਾ ਜੀ ਔਰ ਭਾਜਪਾ ਤੋਂ ਨਰੇਸ਼ ਅਰੋੜਾ ਜੀ ਸਾਡੇ ਨਾਲ ਜੁੜੇ ਸੀ। ਡਿਬੇਟ ਦੇ ਵਿੱਚ ਗੱਲਬਾਤ ਕਰਨ ਦੇ ਲਈ ਆਪਣਾ ਪੱਖ ਜਿਹੜਾ ਉਹ ਬੇਬਾਕੀ ਨਾਲ ਰੱਖਿਆ। ਸੋ ਗੱਲਬਾਤ ਕਰ ਰਹੇ ਸੀ ਚੰਡੀਗੜ੍ਹ ਦੇ ਵਿੱਚ ਜਿਹੜੀਆਂ ਚੋਣਾਂ ਹੋਈਆਂ ਨੇ ਉਹਨਾਂ ਦੇ ਉੱਪਰ ਗੱਲਬਾਤ ਕਰ ਰਹੇ ਸੀ ਕਿ ਆਮ ਆਦਮੀ ਪਾਰਟੀ ਨੂੰ ਕਹਿ ਲਈਏ ਕਿ 14 ਸੀਟਾਂ ਨੇ ਜਿਹੜੀਆਂ ਉਹ ਹਾਸਲ ਹੋਈਆਂ ਨੇ ਔਰ ਇਸ ਦੇ ਮੁਕਾਬਲੇ ਬੀਜੇਪੀ ਨੂੰ 12 ਸੀਟਾਂ, 2 ਸੀਟਾਂ ਹੀ ਘੱਟ ਨੇ, ਪਰ ਬਹੁਮਤ ਕਿਸੇ ਵੀ ਪਾਰਟੀ ਨੂੰ ਹਾਸਲ ਨਹੀਂ ਹੋਇਆ। ਔਰ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਦਿੱਲੀ ਦਾ ਮਾਡਲ ਹੈ ਜਿਹੜਾ ਉਹ ਕਿਤੇ ਨਾ ਕਿਤੇ ਲੋਕਾਂ ਨੂੰ ਪ੍ਰਭਾਵਿਤ ਕਰਦਾ ਔਰ ਉਸੇ ਮਾਡਲ ਦੇ ਉੱਪਰ ਚੰਡੀਗੜ੍ਹ ਦੇ ਵਿੱਚ ਵੀ ਮੋਹਰ ਲੱਗੀ ਹੈ। ਚੰਡੀਗੜ੍ਹ ਦੇ ਲੋਕਾਂ ਨੇ ਵੋਟਾਂ ਪਾਈਆਂ ਨੇ, ਜਦੋਂ ਕਿ ਕਾਂਗਰਸ ਸਿਰਫ 8 ਸੀਟਾਂ ਤੇ ਸਿਮਟ ਕੇ ਰਹਿ ਗਈ ਹੈ। ਕਾਂਗਰਸ ਨੂੰ ਜ਼ਰੂਰ ਮੰਥਨ ਕਰਨ ਦੀ ਜਿਹੜੀ ਹੈਗੀ ਆ ਲੋੜ ਹੈਗੀ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਇਹ ਵੀ ਗੱਲ ਕਹਿ ਰਹੀ ਹੈ ਕਿ ਚੰਡੀਗੜ੍ਹ ਦੇ ਵਿੱਚ ਜਿਹੜੀ ਜਿੱਤ ਹੋਈ ਹੈ ਉਹਨਾਂ ਦੀ 14 ਸੀਟਾਂ ਦੇ ਉੱਪਰ, ਉਸ ਦਾ ਅਸਰ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਵੀ ਜ਼ਰੂਰ ਦਿਖੇਗਾ। ਔਰ ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਡਾ ਤਾਂ ਇੱਥੋਂ ਤੱਕ ਕਹਿ ਗਏ ਕਿ ਇਹ ਹਲੇ ਟ੍ਰੇਲਰ ਹੈ। ਜੋ ਚੰਡੀਗੜ੍ਹ ਦੀਆਂ ਚੋਣਾਂ ਦੇ ਵਿੱਚ ਜਿੱਤ ਹੋਈ ਹੈ ਆਮ ਆਦਮੀ ਪਾਰਟੀ ਦੀ 14 ਸੀਟਾਂ ਦੇ ਉੱਪਰ, ਉਹ ਸਿਰਫ ਇੱਕ ਟ੍ਰੇਲਰ ਹੈ। ਵੱਡੀ ਪਿਕਚਰ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਜ਼ਰੂਰ ਦਿਖਾਵਾਂਗੇ। ਸਾਫ਼ ਤੌਰ ਤੇ ਇੱਕ ਗੱਲ ਤਾਂ ਕਲੀਅਰ ਹੈ ਕਿ ਅਗਰ ਚੰਡੀਗੜ੍ਹ ਚੋਣਾਂ ਦੇ ਵਿੱਚ 14 ਸੀਟਾਂ ਪਹਿਲੀ ਵਾਰ ਲੜਨ ਤੇ ਹੀ ਆਮ ਆਦਮੀ ਪਾਰਟੀ ਨੇ ਹਾਸਲ ਕਰ ਲਈਆਂ ਨੇ ਤਾਂ ਹੌਸਲਾ ਜ਼ਰੂਰ ਵਧਿਆ ਆਮ ਆਦਮੀ ਪਾਰਟੀ ਦਾ, ਵਰਕਰਾਂ ਦਾ। ਹੁਣ ਉਹ ਹੌਸਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਪੰਜਾਬ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਵਿੱਚ ਕਿਸ ਤਰੀਕੇ ਦਾ ਪ੍ਰਦਰਸ਼ਨ ਕਰੇਗੀ, ਇਹ ਵੀ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ। ਦੂਜੇ ਪਾਸੇ ਬੀਜੇਪੀ ਜੋ ਕਿ 2016 ਦੀਆਂ ਜਿਹੜੀਆਂ ਨੇ ਨਗਰ ਨਿਗਮ ਚੰਡੀਗੜ੍ਹ ਦੀਆਂ ਚੋਣਾਂ ਦੇ ਵਿੱਚ 20 ਸੀਟਾਂ ਦੇ ਉੱਪਰ ਸੀ, ਉਹਦੀਆਂ ਸੀਟਾਂ ਘਟ ਕੇ 12 ਰਹਿ ਗਈਆਂ। ਸੋ ਦੂਜੇ ਪਾਸੇ ਬੀਜੇਪੀ ਨੂੰ ਵੀ ਕਿਤੇ ਨਾ ਕਿਤੇ ਮੰਥਨ ਕਰਨ ਦੀ ਲੋੜ ਹੈ। ਔਰ ਕਈ ਸਵਾਲ ਨੇ ਕਿ ਕੀ ਸਵੱਛ ਭਾਰਤ ਦੇ ਵਿੱਚ ਚੰਡੀਗੜ੍ਹ ਦਾ ਪਿੱਛੇ ਜਾਣਾ ਕੀ ਇਹ ਵੀ ਇੱਕ ਵੱਡਾ ਫੈਕਟਰ ਹੈ ਜਾਂ ਹੋਰ ਵੀ ਕਈ ਫੈਕਟਰ ਨੇ, ਉਹਨਾਂ ਨੂੰ ਜਿਹੜਾ ਬੀਜੇਪੀ ਨੂੰ ਵਿਚਾਰਨਾ ਚਾਹੀਦਾ ਹੈ। ਸੋ ਫਿਲਹਾਲ ਇਸ ਪੰਜਾਬ ਡਿਬੇਟ ਦੇ ਵਿੱਚ ਇੰਨਾ ਹੀ। ਮੈਨੂੰ ਬਲਦੀਪ ਸਿੰਘ ਨੂੰ ਦੇ ਇਜਾਜ਼ਤ ਤੇ ਜੁੜੇ ਰਹੋ ਇੰਡੀਆ ਨਿਊਜ਼ ਪੰਜਾਬ ਦੇ ਨਾਲ। Thank you very much.